ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹਉ ਵਾਰੀ ਜਿਉ ਵਾਰੀ, ਹਰ ਸੇਤੀ ਚਿਤ ਲਾਵਣਿਆ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 116 ਦੇ ਉੱਪਰ ਸ਼ੋਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਉਪਦੇਸ਼ ਜੋ ਸਿੱਖਿਆ ਦੇ ਰਹੇ ਨੇ, ਉਹਦੇ ਵਿੱਚ ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਪ੍ਰੇਮਾ ਭਗਤੀ, ਉਹਦੇ ਸਿਮਰਨ ਦਾ ਉਪਦੇਸ਼, ਉਹਦੀ ਯਾਦ ਵਿੱਚ ਜੁੜ ਕੇ ਰਹਿਣ ਵਾਸਤੇ ਸਾਨੂੰ ਸਤਿਗੁਰੂ ਜੀ ਪ੍ਰੇਰਿਤ ਕਰ ਰਹੇ। ਔਰ ਰਹਾਉ ਦੀ ਪੰਕਤੀ ਵਿੱਚ ਜੋ ਮਾਲਕ ਜੀ ਨੇ ਜ਼ਿਕਰ ਕੀਤਾ, ਉਹਦੇ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਮੈਂ ਕੁਰਬਾਨ ਜਾਨਾ ਉਹਨਾਂ ਜੀਵਾਂ ਤੋਂ, ਉਹਨਾਂ ਮਨੁੱਖਾਂ ਤੋਂ ਜਿਨ੍ਹਾਂ ਨੇ ਆਪਣਾ ਚਿੱਤ ਉਸ ਸੱਚੇ ਦੇ ਨਾਲ ਜੋੜਿਆ ਹੈ, ਜਿਨ੍ਹਾਂ ਨੇ ਆਪਣਾ ਚਿੱਤ ਸੱਚੇ ਨਾਲ ਲਾਇਆ ਹੈ, ਭਾਵ ਪਰਮੇਸ਼ਵਰ ਦੀ ਯਾਦ ਵਿੱਚ ਜੋੜਿਆ ਹੈ, ਰੱਬ ਜੀ ਦੇ ਚਿੰਤਨ ਵਿੱਚ ਜੋੜਿਆ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਮੈਂ ਉਹਨਾਂ ਜੀਵਾਂ ਤੋਂ ਕੁਰਬਾਨ ਜਾਨਾ। ਔਰ ਨਾਲ ਕਿਹਾ ਵੀ ਹਰ ਸੱਚਾ ਜਿਹੜਾ ਹੈ ਉਹ ਹਰੀ ਪਰਮਾਤਮਾ ਜਿਹੜਾ ਹੈ
ਉਹ ਗੁਰੂ ਕੀ ਭਗਤੀ ਦੇ ਸਦਕਾ ਮਿਲਦਾ। ਗੁਰੂ ਕੀ ਭਗਤੀ ਮਤਲਬ ਗੁਰੂ ਕੀ ਸੇਵਾ। ਗੁਰੂ ਕੀ ਸੇਵਾ ਦੇ ਸਦਕਾ ਉਹਦੀ ਪ੍ਰਾਪਤੀ ਹੁੰਦੀ ਹੈ। ਔਰ ਸਹਿਜੇ ਮਨ ਵਸਾਵਣੇ ਹਾਂ ਤੇ ਸਹਿਜ ਸੁਭਾਅ ਮਨ ਦੇ ਅੰਦਰ ਆ ਵਸਦਾ ਹੈ। ਤੇ ਮਾਲਕ ਜੀ ਜੋ ਉਪਦੇਸ਼ ਦੇ ਰਹੇ ਨੇ ਉਹਦੇ ਵਿੱਚ ਸਤਿਗੁਰੂ ਜੀ ਜ਼ਿਕਰ ਕਰਦੇ ਆ, ਸਮਝਾ ਰਹੇ ਵੀ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਕੀ ਸੇਵਾ ਦਾ ਕਰਨਾ ਲਾਜ਼ਮੀ ਹੈ। ਮਤਲਬ ਗੁਰੂ ਕੀ ਸੇਵਾ ਨੂੰ ਕਮਾਉਣਾ ਲਾਜ਼ਮੀ ਜ਼ਰੂਰੀ ਹੈ। ਜਦੋਂ ਜੀਵ ਗੁਰੂ ਕੀ ਸੇਵਾ ਵਿੱਚ ਜੁੜਦਾ ਹੈ ਤੇ ਗੁਰੂ ਕੀ ਸੇਵਾ ਨੂੰ ਕਮਾਉਂਦਾ ਹੋਇਆ ਸਹਿਜ ਸੁਭਾਅ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਮਿਲਾਪ ਦਾ, ਅਕਾਲ ਪੁਰਖ ਪਰਮੇਸ਼ਵਰ ਜੀ ਕੇ ਮੇਲ ਦਾ ਪਾਤਰ ਜੀਵ ਬਣ ਜਾਂਦਾ ਹੈ। ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਸਹਿਜ ਸੁਭਾਅ ਜੀਵ ਫਿਰ ਪਰਮੇਸ਼ਵਰ ਦਾ ਮਿਲਾਪ ਮਾਣਦਾ ਹੈ, ਪਰਮੇਸ਼ਵਰ ਦੇ ਮੇਲ ਦਾ ਆਨੰਦ ਮਾਣਦਾ ਹੈ। ਪਰ ਜੀਵ ਉਹੀ ਆਨੰਦ ਮਾਣਦਾ ਹੈ ਜਿਹੜਾ ਹਰੀ ਸੱਚੇ ਨੂੰ ਪ੍ਰਾਪਤ ਕਰਦਾ ਹੈ ਗੁਰੂ ਕੀ ਭਗਤੀ ਦੇ ਸਦਕਾ, ਗੁਰੂ ਕੀ ਸੇਵਾ ਦੇ ਸਦਕਾ। ਜਦੋਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਮਾਲਕ ਪਾਤਸ਼ਾਹ ਜੀ ਬਾਰ-ਬਾਰ ਸਾਨੂੰ ਜ਼ਿਕਰ ਕਰਦੇ ਹਾਂ, ਗੁਰੂ ਕੀ ਸੇਵਾ ਵਾਸਤੇ ਪ੍ਰੇਰਿਤ ਕਰਦੇ, ਪ੍ਰੇਰਨਾ ਦਿੰਦੇ। ਤੇ ਜਦੋਂ ਗੁਰੂ ਕੀ ਸੇਵਾ ਦੀ ਬਾਤ ਆਈ ਤੇ ਅਸੀਂ ਜਿੱਥੇ ਬਾਹਰੀ ਤੌਰ ਦੇ ਉੱਤੇ ਜਿਵੇਂ ਮਾਲਕ ਪਾਤਸ਼ਾਹ ਜੀ ਅੱਗੇ ਭੇਟਾਵਾਂ ਰੱਖਣੀਆਂ, ਸਤਿਗੁਰੂ ਜੀ ਨੂੰ ਲਿਆ ਕੇ ਸੁੰਦਰ ਪੋਸ਼ਾਕੇ ਅਰਪਣ ਕਰਨੇ, ਜਾਂ ਕਿਸੇ ਹੋਰ ਤਰ੍ਹਾਂ ਦੀ ਸੇਵਾ ਜਿਹੜੀ, ਇਹ ਅਸੀਂ ਸੇਵਾ ਆਖ ਸਕਦੇ ਹਾਂ ਪਰ ਇਹਨੂੰ ਸੰਪੂਰਨ ਨਹੀਂ ਕਹਿ ਸਕਦੇ। ਇਹ ਸੇਵਾ ਦਾ ਇੱਕ ਅੰਗ ਹੈ, ਸਾਡੇ ਪ੍ਰੇਮ ਦਾ, ਸਾਡੇ ਸਤਿਕਾਰ ਦਾ, ਜਾਂ ਇਉਂ ਕਹਿ ਲਈਏ ਗੁਰੂ ਪਾਤਸ਼ਾਹ ਜੀ ਦੇ ਅਦਬ ਦਾ ਇੱਕ ਅੰਗ ਹੈ। ਪਰ ਇਹ ਤੋਂ ਨਾਲ ਨਾਲ ਜਿੱਥੇ ਅਸੀਂ ਸਾਹਿਬ ਜੀ ਅੱਗੇ ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਪਦਾਰਥ ਔਰ ਵਸਤੂਆਂ ਭੇਟਾ ਕਰਦੇ ਹਾਂ, ਉਹਨਾਂ ਦੇ ਨਾਲ ਨਾਲ ਜਦੋਂ ਸਭ ਤੋਂ ਵੱਡੀ ਸੇਵਾ ਦੀ ਬਾਤ ਆਈ ਤੇ ਮਾਲਕ ਪਾਤਸ਼ਾਹ ਕਹਿੰਦੇ ਗੁਰ ਸੇਵਾ ਗੁਰ ਸ਼ਬਦ ਵਿਚਾਰ। ਜਦੋਂ ਗੁਰੂ ਕੀ ਸੇਵਾ ਨੂੰ ਕਮਾਉਣ ਦੀ ਬਾਤ ਆਉਂਦੀ ਤੇ ਗੁਰੂ ਕੇ ਸ਼ਬਦ ਦੀ ਵਿਚਾਰ ਦੀ ਬਾਤ ਆਉਂਦੀ ਹੈ। ਗੁਰੂ ਕੇ ਸ਼ਬਦ ਨੂੰ ਵਿਚਾਰਨਾ, ਗੁਰੂ ਕੇ ਸ਼ਬਦ ਨੂੰ ਜਦੋਂ ਵਿਚਾਰਾਂਗੇ ਭਾਵ ਗੁਰੂ ਕੇ ਗਿਆਨ ਅਨੁਸਾਰ ਹੀ ਚੱਲਣਾ, ਗੁਰੂ ਕੋਲੋਂ ਗਿਆਨ ਹਾਸਲ ਕਰਨਾ। ਜਦੋਂ ਜੀਵ ਗੁਰੂ ਕੋਲੋਂ ਗਿਆਨ ਹਾਸਲ ਕਰਦਾ ਹੈ, ਗੁਰੂ ਦੇ ਕੋਲੋਂ ਗਿਆਨ ਲੈਂਦਾ ਹੈ ਤੇ ਉਸ ਗਿਆਨ ਦੇ ਸਦਕਾ ਫਿਰ ਜੀਵ ਰੱਬ ਜੀ ਨੂੰ ਪਾਉਂਦਾ ਹੈ, ਪਰਮੇਸ਼ਵਰ ਨੂੰ ਮਿਲਦਾ ਹੈ। ਇਸੇ ਕਰਕੇ ਬਾਬਾ ਕਬੀਰ ਸਾਹਿਬ ਨੇ ਆਖਿਆ, ਜਹਾਂ ਗਿਆਨ ਤਹਾਂ ਧਰਮ ਹੈ। ਜਿਸ ਜਗ੍ਹਾ ਦੇ ਉੱਤੇ ਗਿਆਨ ਹੁੰਦਾ, ਧਰਮ ਹਮੇਸ਼ਾ ਉੱਥੇ ਹੀ ਹੁੰਦਾ। ਗਿਆਨ ਤੋਂ ਬਿਨਾਂ ਕਦੇ ਧਰਮ ਨਹੀਂ। ਗਿਆਨ ਔਰ ਸ਼ਰਧਾ, ਇਹਨਾਂ ਦੋਨਾਂ ਚੀਜ਼ਾਂ ਦੇ ਸਦਕਾ ਜੀਵ ਧਰਮੀ ਬਣਦਾ ਹੈ। ਇਕੱਲੇ ਗਿਆਨ ਦੇ ਸਦਕਾ ਹੰਕਾਰੀ ਤੇ ਬਣ ਸਕਦਾ ਹੈ, ਇਕੱਲੀ ਸ਼ਰਧਾ ਦੇ ਨਾਲ ਜੀਵ ਧਰਮ ਤੋਂ ਭਟਕ ਕੇ ਭਰਮ ਵਿੱਚ ਤੇ ਪੈ ਸਕਦਾ ਹੈ, ਪਰ ਕਦੇ ਧਰਮੀ ਨਹੀਂ ਬਣ ਸਕਦਾ। ਦੋਵੇਂ ਚੀਜ਼ਾਂ ਹੋਣੀਆਂ, ਕੋਲੇ ਗਿਆਨ ਵੀ ਹੋਵੇ ਤੇ ਕੋਲੇ ਸ਼ਰਧਾ ਵੀ ਹੋਵੇ। ਜਦੋਂ ਇਹ ਦੋਵੇਂ ਚੀਜ਼ਾਂ ਹੁੰਦੀਆਂ ਫਿਰ ਜੀਵ ਧਰਮੀ ਬਣਦਾ ਤੇ ਧਰਮ ਦੇ ਮਾਰਗ ਉੱਤੇ ਚੱਲਦਾ ਹੈ। ਸਤਿਗੁਰੂ ਜੀ ਨੇ ਕਿਹਾ, ਉਹ ਸੱਚੇ ਨੂੰ ਹਾਸਲ ਕਰਨ ਵਾਸਤੇ ਸਾਨੂੰ ਗੁਰੂ ਕੀ ਸੇਵਾ ਨੂੰ ਕਮਾਉਣਾ ਪੈਂਦਾ। ਮਤਲਬ ਗੁਰੂ ਕੋਲੋਂ ਗਿਆਨ ਹਾਸਲ ਕਰਨਾ ਪਏਗਾ। ਉਸ ਗਿਆਨ ਦੇ ਸਦਕਾ ਹੀ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹਦੀ ਪ੍ਰਾਪਤੀ ਹੋਏਗੀ ਤੇ ਸਾਨੂੰ ਸਮਝ ਲੱਗੇਗੀ ਜਾਂ ਸਾਨੂੰ ਪਤਾ ਲੱਗੇਗਾ ਕਿ ਅਕਾਲ ਪੁਰਖ ਪਰਮੇਸ਼ਵਰ ਹੈ ਕੈਸਾ, ਉਹਦੇ ਨਾਲ ਅਸੀਂ ਸਾਂਝ ਕਿਵੇਂ ਪਾਉਣੀ ਹੈ, ਜਾਂ ਉਹਦੇ ਨਾਲ ਸਾਡਾ ਮਿਲਾਪ ਕਿਵੇਂ ਬਣੇਗਾ। ਜਦੋਂ ਇਹਨਾਂ ਚੀਜ਼ਾਂ ਦਾ ਸਾਡੇ ਕੋਲ ਗਿਆਨ ਹੀ ਨਹੀਂ ਹੋਏਗਾ, ਅਸੀਂ ਯਤਨ ਕੀ ਕਰਾਂਗੇ? ਗਿਆਨ ਤੋਂ ਬਿਨਾਂ ਯਤਨ ਨਹੀਂ। ਜਦੋਂ ਗਿਆਨ ਹੋਏਗਾ ਫਿਰ ਹੀ ਯਤਨ ਹੋਏਗਾ। ਜਿੰਨਾ ਚਿਰ ਮੈਂ ਕਿਸੇ ਨੂੰ ਸੰਸਾਰਕ ਤੌਰ ਤੇ ਜੇ ਆਪਾਂ ਜ਼ਿਕਰ ਕਰੀਏ, ਕਿਸੇ ਮਨੁੱਖ ਨੂੰ ਮਿਲਣ ਦੀ ਆਸ ਹੈ, ਸਭ ਤੋਂ ਪਹਿਲਾਂ ਤੇ ਉਸ ਮਨੁੱਖ ਦੇ ਬਾਰੇ ਵਿੱਚ ਪਤਾ ਹੋਣਾ ਚਾਹੀਦਾ ਨਾ ਵੀ ਉਹ ਕਿੱਦਾਂ ਦਾ ਹੈ, ਕਿੱਦਾਂ ਦਾ ਨਹੀਂ, ਜਾਂ ਉਹ ਦਿਸਦਾ ਕਿੱਦਾਂ ਦਾ। ਤੇ ਜੇ ਮੈਂ ਉਹਨੂੰ ਉਹਦੇ ਘਰ ਵਿੱਚ ਜਾ ਕੇ ਮਿਲਣਾ ਹੋਵੇ ਤੇ ਫਿਰ ਉਹਦੇ ਘਰ ਦਾ ਪਤਾ ਵੀ ਹੋਣਾ ਚਾਹੀਦਾ। ਮੇਰੇ ਕੋਲ ਵੀ ਸੱਜਣਾ ਮੈਂ ਤੈਨੂੰ ਮਿਲਣ ਵਾਸਤੇ ਆਉਣਾ, ਤੂੰ ਮੈਨੂੰ ਆਪਣੇ ਘਰ ਦਾ ਪਤਾ ਦੇ। ਜਦੋਂ ਇਹਨਾਂ ਚੀਜ਼ਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੋਏਗਾ, ਅਸੀਂ ਮਨੁੱਖ ਨੂੰ ਮਿਲਾਂਗੇ ਕਿਵੇਂ? ਕਦੇ ਵੀ ਨਹੀਂ ਮਿਲ ਸਕਦੇ। ਜਾਂ ਤੇ ਕੋਈ ਸਹਾਇਕ ਹੋਏਗਾ ਜਿਹੜਾ ਇਹ ਆਖੇਗਾ ਵੀ ਆ ਤੈਨੂੰ ਮੈਂ ਉਹਦੇ ਨਾਲ ਮਿਲਾ ਦਿੰਦਾ ਜਿਹਨੂੰ ਤੂੰ ਮਿਲਣਾ ਚਾਹੁੰਦਾ। ਪਰ ਜੇ ਕੋਈ ਸਹਾਇਕ ਵੀ ਨਹੀਂ ਹੈ, ਮਨੁੱਖ ਨੂੰ ਅਸੀਂ ਵੇਖਿਆ ਵੀ ਨਹੀਂ ਹੈ, ਮਨੁੱਖ ਦੇ ਘਰ ਦਾ ਪਤਾ ਵੀ ਸਾਡੇ ਕੋਲ ਨਹੀਂ ਹੈ, ਸਾਨੂੰ ਉਹਦੇ ਕਾਰੋਬਾਰ ਕੰਮਕਾਰ ਦਾ ਵੀ ਕੋਈ ਪਤਾ ਨਹੀਂ ਹੈ, ਤੇ ਅਸੀਂ ਉਹਨੂੰ ਕਿਵੇਂ ਮਿਲਾਂਗੇ? ਕਦਾਚਿਤ ਵੀ ਨਹੀਂ ਮਿਲ ਸਕਦੇ।
ਹੁਣ ਜੇ ਉਸ ਮਨੁੱਖ ਨੂੰ ਮਿਲਣਾ ਹੈ, ਫਿਰ ਉਹਦੇ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ। ਉਹ ਕਿਸ ਤਰ੍ਹਾਂ ਦਾ ਦਿਸਦਾ ਹੈ, ਪਹਿਲਾ ਗਿਆਨ। ਦੂਜੇ ਨੰਬਰ ਦੇ ਉੱਤੇ ਉਹਦੇ ਘਰ ਦਾ ਪਤਾ ਕੀ ਹੈ, ਜੇ ਉਹਨੂੰ ਘਰ ਵਿੱਚ ਮਿਲਣਾ ਹੋਵੇ। ਤੀਜੇ ਨੰਬਰ ਦੇ ਉੱਤੇ ਜਾਂ ਸਾਡੇ ਕੋਲ ਕੋਈ ਸਹਾਇਕ ਹੋਵੇ ਜਿਹੜਾ ਸਾਨੂੰ ਉਹਦੇ ਨਾਲ ਮਿਲਾ ਸਕਦਾ ਹੋਵੇ। ਹੁਣ ਜੇ ਪਰਮੇਸ਼ਵਰ ਦੀ ਬਾਤ ਕਰਾਂਗੇ, ਰੱਬ ਜੀ ਨੂੰ ਨਾ ਅਸੀਂ ਵੇਖਿਆ ਹੈ ਤੇ ਨਾ ਹੀ ਸਾਨੂੰ ਪਤਾ ਹੈ, ਤੇ ਮਾਲਕ ਪਾਤਸ਼ਾਹ ਕਹਿੰਦੇ ਇਹਦੇ ਲਈ ਹੁਣ ਤੇਰੇ ਕੋਲ ਗਿਆਨ ਦਾ ਹੋਣਾ ਲਾਜ਼ਮੀ ਹੈ ਵੀ ਰੱਬ ਦਿਸਦਾ ਕੈਸਾ ਹੈ। ਫਿਰ ਤੈਨੂੰ ਪਤਾ ਹੋਣਾ ਚਾਹੀਦਾ ਉਹ ਵੱਸਦਾ ਕਿੱਥੇ ਆ, ਉਹ ਰਹਿੰਦਾ ਕਿੱਥੇ ਹੈ। ਫਿਰ ਜੇ ਇਹਨਾਂ ਦੋਵਾਂ ਚੀਜ਼ਾਂ ਤੋਂ ਸਖਣਾ ਹੈ ਤੇ ਤੇਰੇ ਕੋਲ ਗੁਰੂ ਸਹਾਇਕ ਹੋਣਾ ਚਾਹੀਦਾ ਜਿਹੜਾ ਤੈਨੂੰ ਉਸ ਪਰਮੇਸ਼ਵਰ ਨਾਲ ਮਿਲਾ ਸਕਦਾ ਹੋਵੇ। ਉਹੀ ਪਰਮੇਸ਼ਵਰ ਹੈ ਜਿਹਦੇ ਮਿਲਾਪ ਵਾਸਤੇ ਗੁਰੂ ਸਹਾਇਕ ਬਣਦਾ। ਇਸੇ ਕਰਕੇ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦਿਆਂ ਆਖਦੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਈਂਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਹੁਣ ਮਿਲਾਪ ਤਾਂ ਹੀ ਹੋਏਗਾ ਜੇ ਸਾਡੇ ਕੋਲ ਗੁਰੂ ਰੂਪ ਸਹਾਇਕ ਹੋਣਗੇ, ਮਤਲਬ ਸ਼ਬਦ ਸਾਡੇ ਕੋਲ ਹੋਏਗਾ, ਗੁਰੂ ਕਾ ਗਿਆਨ ਸਾਡੇ ਕੋਲ ਹੋਏਗਾ। ਉਸ ਗਿਆਨ ਦੇ ਸਦਕਾ ਹੀ ਅਸੀਂ ਜੀਵ ਆਪਣੇ ਪਰਮੇਸ਼ਵਰ ਦੇ ਨਾਲ, ਪ੍ਰਭੂ ਦੇ ਨਾਲ ਮਿਲਾਪ ਜਿਹੜਾ ਉਹ ਹਾਸਲ ਕਰ ਸਕਦੇ। ਤੇ ਗੁਰੂ ਸਾਹਿਬ ਜੀ ਅੱਜ ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਵਿੱਚ ਆਰੰਭਤਾ ਕਰਦੇ ਆ, ਆਖਦੇ ਕਹਿੰਦੇ, ਹਉ ਵਾਰੀ ਜੀਓ ਵਾਰੀ ਸੱਚੇ ਸਿਉ ਚਿਤ ਹਰ ਸੱਚੇ ਸੇਤੀ ਚਿੱਤ ਲਾਵਣਿਆ। ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਨ੍ਹਾਂ ਨੇ ਹਰੀ ਸੱਚੇ ਪਰਮੇਸ਼ਵਰ ਦੇ ਨਾਲ ਆਪਣਾ ਚਿੱਤ ਲਾਇਆ। ਹਰ ਸੱਚਾ, ਉਹ ਹਰੀ ਪਰਮਾਤਮਾ ਜਿਹੜਾ ਸੱਚਾ ਹੈ, ਗੁਰ ਭਗਤੀ ਪਾਈ ਹੈ, ਗੁਰੂ ਦੀ ਭਗਤੀ ਦੇ ਸਦਕਾ ਉਹ ਮਿਲਦਾ ਹੈ। ਔਰ ਸਹਿਜੇ ਮਨ ਵਸਾਵਣਿਆ, ਤੇ ਸਹਿਜ ਸੁਭਾ ਜੀਵ ਉਸ ਪਰਮੇਸ਼ਵਰ ਨੂੰ ਆਪਣੇ ਮਨ ਦੇ ਅੰਦਰ, ਆਪਣੇ ਜੀਵਨ ਦੇ ਵਿੱਚ ਵਸਾ ਲੈਂਦਾ ਹੈ। ਤੇਰੀਆ ਖਾਣੀ ਤੇਰੀਆ ਬਾਣੀ, ਬਿਨ ਨਾਵੇ ਸਭ ਪਰਮ ਭੁਲਾਣੀ। ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨਾ ਪਾਵਣਿਆ। ਫਿਰ ਮਾਲਕ ਜੀ ਨੇ ਸ਼ਬਦ ਦੀ ਆਰੰਭਤਾ ਕਰਦਿਆਂ ਪਹਿਲੇ ਪਦੇ ਵਿੱਚ ਜ਼ਿਕਰ ਕੀਤਾ। ਇੱਕ ਨਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਜਪਜੀ ਵਿੱਚ ਆਪਾਂ ਪੜ੍ਹਦੇ ਹਾਂ। 19 ਨੰਬਰ ਪੌੜੀ ਦੇ ਰੂਪ ਵਿੱਚ ਸਤਿਗੁਰੂ ਜ਼ਿਕਰ ਕਰਦੇ, ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ। ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜੇ ਫਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾਹੀਂ ਕੋ ਥਾਉ। ਰੱਬ ਜੀ ਦੇ ਨਾਮ ਤੋਂ ਬਿਨਾ, ਮਤਲਬ ਰੱਬ ਜੀ ਦੇ ਹੁਕਮ ਤੋਂ ਬਿਨਾ, ਰੱਬ ਜੀ ਦੀ ਰਜ਼ਾ ਤੋਂ ਬਿਨਾ ਕੋਈ ਥਾਂ ਨਹੀਂ ਹੈ। ਸਾਰੀਆਂ ਥਾਵਾਂ ਉੱਤੇ ਕੀ ਵਰਤ ਰਿਹਾ? ਰੱਬੀ ਰਜ਼ਾ, ਰੱਬੀ ਹੁਕਮ ਵਰਤ ਰਿਹਾ, ਉਹਦੇ ਤੋਂ ਬਿਨਾ ਕੁਝ ਨਹੀਂ ਹੈ। ਔਰ ਅੱਜ ਸਾਹਿਬ ਜੀ ਨੇ ਇਸੇ ਬਾਤ ਦਾ ਪ੍ਰਗਟਾਵਾ ਕੀਤਾ, ਕਹਿੰਦੇ ਤੇਰੀਆਂ ਖਾਣੀ। ਖਾਣੀ ਤੋਂ ਭਾਵ ਜੀਵਾਂ ਦੀ ਉਤਪਤੀ ਦਾ ਕਾਰਨ ਜਿਹੜਾ ਹੈ, ਜਿਨ੍ਹਾਂ ਤੋਂ ਜੀਵ ਉਤਪੰਨ ਹੁੰਦੇ ਨੇ, ਅੰਡਜ ਜੇਰਜ ਉਤਪਜ ਔਰ ਸੇਤਜ। ਅਸੀਂ ਇਹਨਾਂ 4 ਖਾਣੀਆਂ ਦਾ ਜ਼ਿਕਰ ਆਮ ਕਰਕੇ ਕਰਦੇ ਹਾਂ, ਔਰ ਇਹਨਾਂ 4 ਖਾਣੀਆਂ ਨੂੰ ਸਮਾਜ ਮੰਨਦਾ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਤ ਆਉਂਦੀ ਹੈ ਤੇ ਮਾਲਕ ਪਾਤਸ਼ਾਹ ਜੀ ਕੇਤੀਆਂ ਖਾਣੀ ਔਰ ਕੇਤੀਆਂ ਬਾਣੀ ਦਾ ਜ਼ਿਕਰ ਕਰਦੇ ਨੇ, ਕਿਉਂਕਿ ਗਿਣਤੀ ਨਹੀਂ ਹੈ ਨਾ। ਹੁਣ ਇੱਥੇ ਵੀ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਤੇਰੀਆਂ 4 ਖਾਣੀ, ਇੱਥੇ ਵੀ ਮਾਲਕ ਜੀ ਨੇ ਕਿਹਾ ਤੇਰੀਆਂ ਖਾਣੀ। ਰੱਬ ਜੀ ਤੇਰੀਆਂ ਖਾਣੀਆਂ ਨੇ। ਜੀਵਾਂ ਨੂੰ ਉਤਪਤ ਤੂੰ ਕਿਵੇਂ ਕਰਦਾ ਹੈ, ਕਿਸ ਢੰਗ ਨਾਲ ਕਰਦਾ ਹੈ, ਇਹ ਤੂੰ ਜਾਣਦਾ ਹੈ। ਪਰ ਇੰਨਾ ਹੈ ਵੀ ਜਿੰਨੇ ਵੀ ਜੀਵਾਂ ਦੀ ਉਤਪਤੀ ਤੁਸੀਂ ਕਰ ਰਹੇ ਹੋ, ਉਹ ਸਾਰੇ ਦੇ ਸਾਰੇ ਤੇਰੇ ਹੀ ਨੇ। ਉਹਨਾਂ ਤੋਂ, ਤੇਰੇ ਤੋਂ ਬਿਨਾ ਕੋਈ ਨਹੀਂ। ਚਾਹੇ ਖਾਣੀ ਇੱਕ ਹੋਵੇ ਤੇ ਚਾਹੇ ਹੁਣ 100 ਛੱਡ ਕੇ ਭਾਵੇਂ 1000 ਕਿਉਂ ਨਾ ਹੋਣ, 1000 ਛੱਡ ਕੇ ਅਣਗਿਣਤ ਕਿਉਂ ਨਾ ਹੋਣ, ਉਹ ਸਾਰੀਆਂ ਖਾਣੀਆਂ ਪਰਮੇਸ਼ਵਰ ਜੀ ਉਹ ਤੇਰੀਆਂ ਹੀ ਨੇ। ਮਤਲਬ ਜਿਸ ਵੀ ਜੀਵ ਦੀ ਉਤਪਤੀ ਹੋ ਰਹੀ ਹੈ ਉਹ ਤੇਰੇ ਤੋਂ ਹੋ ਰਹੀ ਹੈ, ਤੇਰੇ ਤੋਂ ਬਿਨਾ ਨਹੀਂ।
ਜਿਹੜਾ ਜੀਵ ਸੰਸਾਰ ਉੱਤੇ ਆ ਰਿਹਾ ਹੈ, ਉਹ ਸੰਸਾਰ ਉੱਤੇ ਆਉਣ ਵਾਲਾ ਜੀਵ ਤੇਰੀ ਰਜ਼ਾ ਦੇ ਅਨੁਸਾਰ ਹੀ ਆ ਰਿਹਾ, ਤੇਰੇ ਹੁਕਮ ਔਰ ਤੇਰੇ ਭਾਣੇ ਦੇ ਵਿੱਚ ਆ ਰਿਹਾ, ਤੇਰੇ ਤੋਂ ਬਿਨਾਂ ਨਹੀਂ। ਉਹ ਭਾਵੇਂ ਜ਼ੇਰ ਰੂਪ ਵਿੱਚ ਜ਼ੇਰ ਰੂਪੀ ਖਾਣੀ ਵਿੱਚੋਂ ਪੈਦਾ ਹੋ ਰਿਹਾ, ਉਹ ਭਾਵੇਂ ਉਤਪਜ ਰੂਪੀ ਖਾਣੀ ਵਿੱਚੋਂ ਸੰਸਾਰ ਤੇ ਆ ਰਿਹਾ, ਪ੍ਰਗਟ ਹੋ ਰਿਹਾ, ਉਹ ਭਾਵੇਂ ਸਿਤਜ ਰੂਪੀ ਖਾਣੀ ਦੇ ਰਾਹੀਂ ਪ੍ਰਗਟ ਹੋ ਰਿਹਾ, ਤੇ ਫਿਰ ਉਹ ਭਾਵੇਂ ਅੰਡਜ ਰੂਪੀ ਖਾਣੀ ਦੇ ਰਾਹੀਂ ਕਿਉਂ ਨਹੀਂ ਸੰਸਾਰ ਤੇ ਆ। ਮਤਲਬ ਇਹ ਸਾਰੀਆਂ ਦੀਆਂ ਸਾਰੀਆਂ ਖਾਣੀਆਂ ਜਿਤਨੀਆਂ ਵੀ ਨੇ, ਇਹਨਾਂ ਦੇ ਵਿੱਚੋਂ ਪੈਦਾ ਹੋਣ ਵਾਲਾ ਹਰ ਜੀਵ ਪਰਮੇਸ਼ਵਰ ਜੀ ਉਹ ਤੁਹਾਡੇ ਹੁਕਮ, ਤੁਹਾਡੀ ਰਜ਼ਾ ਤੇ ਤੁਹਾਡੇ ਭਾਣੇ ਵਿੱਚ ਹੈ। ਫਿਰ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦਿਆਂ ਇੱਥੋਂ ਤੱਕ ਆਖਦੇ, ਕਹਿੰਦੇ ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਰੱਬ ਜੀ ਇਹ ਸਾਰੇ ਦੇ ਸਾਰੇ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਨੇ, ਤੇਰੇ ਤੋਂ ਬਿਨਾਂ ਨਹੀਂ। ਇੱਕ ਵੀ ਜੀਵ ਐਸਾ ਨਹੀਂ ਜਿਹੜਾ ਪਰਮੇਸ਼ਵਰ ਤੋਂ ਬਿਨਾਂ ਹੋਂਦ ਵਿੱਚ ਆਇਆ ਹੋਵੇ, ਤੇ ਇੱਕ ਵੀ ਜੀਵ ਐਸਾ ਨਹੀਂ ਜਿਹੜਾ ਸੰਸਾਰ ਉੱਤੇ ਰਹਿੰਦਾ ਹੋਇਆ ਪਰਮੇਸ਼ਵਰ ਦੀਆਂ ਨਜ਼ਰਾਂ ਤੋਂ ਪਰੋਖੇ ਹੋਵੇ। ਹਰ ਜੀਵ ਉਹਦੀ ਨਜ਼ਰ ਦੇ ਅਧੀਨ ਹੈ, ਉਹਦੀ ਨਿਗਰਾਨੀ ਦੇ ਅਧੀਨ ਹੈ, ਤੇ ਹਰ ਜੀਵ ਸੰਸਾਰ ਤੇ ਆਉਣ ਵਾਲਾ ਉਹਦੀ ਰਹਿਮਤ ਤੇ ਉਹਦੀ ਬਖਸ਼ਿਸ਼ ਦੇ ਸਦਕਾ ਆ ਰਿਹਾ। ਇਸੇ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਜ਼ਿਕਰ ਕਰਦੇ ਤੇ ਮਾਲਕ ਜੀ ਆਖਦੇ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਦੋਂ ਉਸ ਪਰਮੇਸ਼ਵਰ ਦਾ ਭਾਣਾ ਵਰਤਿਆ ਤਾਂ ਤੂੰ ਸੰਸਾਰ ਤੇ ਆਇਆ, ਪੈਦਾ ਹੋਇਆ, ਤੇ ਤੈਨੂੰ ਆ ਸੰਸਾਰ ਦੇ ਉੱਤੇ ਭਲੇ ਰੂਪੀ ਪਰਿਵਾਰ ਵਿੱਚ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਤੈਨੂੰ ਉਹਦੀ ਪ੍ਰਾਪਤੀ ਹੁੰਦੀ ਹੈ। ਖੈਰ ਮਾਲਕ ਜੀ ਆਖਦੇ, ਤੇਰੀਆਂ ਖਾਣੀ ਰੱਬ ਜੀ ਬੇਅੰਤ ਖਾਣੀਆਂ ਨੇ ਤੁਹਾਡੀਆਂ, ਇਹ ਸਾਰੀਆਂ ਦੀਆਂ ਸਾਰੀਆਂ ਤੁਹਾਡੀਆਂ ਨੇ। ਇਸੇ ਤਰ੍ਹਾਂ ਤੇਰੀਆਂ ਬਾਣੀ, ਫਿਰ ਉਹ ਜਿੰਨੇ ਜੀਵ ਵੱਖ-ਵੱਖ ਖਾਣੀਆਂ ਦੇ ਵਿੱਚ ਪੈਦਾ ਹੋਣ ਵਾਲੇ ਨੇ, ਉਹਨਾਂ ਦੀਆਂ ਜਿੰਨੀਆਂ ਬਾਣੀਆਂ, ਬਾਣੀ ਮਤਲਬ ਬੋਲੀ, ਬਾਣੀ ਮਤਲਬ ਬਣਾਵਟ, ਦੋਵੇਂ ਚੀਜ਼ਾਂ। ਬਾਣੀ ਦੇ ਅੰਦਰ ਜਦੋਂ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਬਾਣੀ ਦਾ ਅਰਥ ਮਾਲਕ ਜੀ ਬਣਾਵਟ ਰੂਪ ਵਜੋਂ ਵੀ ਆਖਦੇ ਨੇ, ਤੇ ਬਾਣੀ ਦਾ ਮਤਲਬ ਸਤਿਗੁਰੂ ਜੀ ਬੋਲੀ ਦੇ ਲਈ ਵੀ ਵਰਤਦੇ ਨੇ। ਹੁਣ ਤੇਰੀਆਂ ਬਾਣੀ ਜਿੰਨੀਆਂ ਖਾਣੀਆਂ ਰੱਬ ਜੀ ਉਹ ਤੁਸੀਂ ਸੰਸਾਰ ਤੇ ਬਣਾਈਆਂ ਨੇ, ਉਹਨਾਂ ਰਾਹੀਂ ਜਿੰਨੇ ਜੀਵ ਉਤਪਤ ਹੋ ਰਹੇ ਨੇ ਜਾਂ ਉਤਪੰਨ ਹੋ ਰਹੇ ਨੇ, ਉਹ ਸਾਰੇ ਦੇ ਸਾਰੇ ਜੀਵਾਂ ਦੀ ਜਿਹੜੀ ਬੋਲੀ ਹੈ ਉਹ ਵੀ ਤੂੰ ਜਾਣਦਾ ਹੈ, ਔਰ ਤੂੰ ਉਹਨਾਂ ਕੱਲੇ ਕੱਲੇ ਜੀਵ ਦੀ ਬੋਲੀ ਨੂੰ, ਭਾਸ਼ਾ ਨੂੰ ਸਮਝਦਾ ਵੀ ਹੈ, ਜਾਣਦਾ ਵੀ ਹੈ, ਸੁਣਦਾ ਵੀ ਹੈ ਤੇ ਪ੍ਰਵਾਨਦਾ ਵੀ ਹੈ। ਜਦੋਂ ਤੱਕ ਕਿਸੇ ਇਨਸਾਨ ਨੂੰ ਆਪਾਂ ਕੋਈ ਬਾਤ ਸਮਝਾਉਣੀ ਹੋਵੇ ਤੇ ਸਾਨੂੰ ਉਹਦੀ ਭਾਸ਼ਾ ਬਾਰੇ ਨੌਲੇਜ ਹੀ ਨਾ ਹੋਵੇ, ਗਿਆਨ ਹੀ ਨਾ ਹੋਵੇ, ਤੇ ਅਸੀਂ ਉਹਨੂੰ ਕੀ ਸਮਝਾਵਾਂਗੇ? ਜਾਂ ਸਾਨੂੰ ਸਮਝ ਹੀ ਉਦੋਂ ਲੱਗੇਗੀ ਜਦੋਂ ਅਗਲਾ ਸਾਡੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰੇਗਾ। ਜਿਹੜੀ ਭਾਸ਼ਾ ਸਾਨੂੰ ਆਉਂਦੀ ਹੈ, ਜੇ ਅਗਲਾ ਉਸ ਭਾਸ਼ਾ ਵਿੱਚ ਗੱਲ ਕਰੇਗਾ ਤੇ ਅਸੀਂ ਸਮਝਾਂਗੇ, ਤੇ ਜੇ ਸਾਨੂੰ ਭਾਸ਼ਾ ਆਉਂਦੀ ਨਾ ਹੋਵੇ, ਉਹਦੇ ਵਾਲੀ ਜਿਹੜੀ ਉਹ ਬੋਲਦਾ ਹੈ ਜਾਂ ਜਿਹੜੀ ਉਹ ਸੁਣਨਾ ਚਾਹੁੰਦਾ ਉਹ ਸਾਨੂੰ ਨਾ ਆਉਂਦੀ ਹੋਵੇ, ਨਾ ਅਸੀਂ ਆਪਣੀ ਬਾਤ, ਨਾ ਆਪਣੇ ਵਿਚਾਰ ਉਹਦੇ ਸਾਹਮਣੇ ਰੱਖ ਸਕਦੇ ਹਾਂ, ਤੇ ਨਾ ਉਹਦੇ ਵਿਚਾਰਾਂ ਨੂੰ ਅਸੀਂ ਸਮਝ ਸਕਦੇ ਹਾਂ। ਰੱਬ ਜੀ ਤੇਰੇ ਅੱਗੇ ਜੀਵ, ਵੇਖੋ ਨਾ ਸਤਿਗੁਰੂ ਜੀ ਪਾਵਨ ਬਾਣੀ 'ਚ ਕਿੱਡਾ ਸੋਹਣਾ ਜ਼ਿਕਰ ਕਰਦੇ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਤਾ। ਰੱਬ ਉਹਨਾਂ ਜੀਵਾਂ ਦੀ ਬੋਲੀ ਵੀ ਸਮਝ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਜਾਨਵਰ ਰੂਪ, ਪੰਛੀ ਰੂਪ ਆਖ ਕੇ ਜਿਹੜਾ ਹੈ ਆਖਦੇ ਹਾਂ ਜਾਂ ਵੇਖਦੇ ਹਾਂ। ਅਕਾਲ ਪੁਰਖ ਪਰਮੇਸ਼ਵਰ ਉਹਨਾਂ ਦੀ ਬੋਲੀ, ਉਹਨਾਂ ਦੀ ਭਾਸ਼ਾ ਨੂੰ ਵੀ ਸਮਝ ਰਿਹਾ ਔਰ ਜਾਣ ਰਿਹਾ। ਇਹਦਾ ਮਤਲਬ ਸਾਰੀਆਂ ਬੋਲੀਆਂ ਉਹਦੀਆਂ ਨੇ। ਕੇਵਲ ਉਹ ਸਾਡੀ ਭਾਸ਼ਾ ਨਹੀਂ, ਇਨਸਾਨਾਂ ਦੀ ਬੋਲੀ ਨਹੀਂ ਸਮਝਦਾ, ਉਹ ਤੇ ਜੰਤੂਆਂ ਦੀ, ਜਾਨਵਰਾਂ ਦੀ ਬੋਲੀ ਨੂੰ ਵੀ ਸਮਝਦਾ ਹੈ। ਚਾਹੇ ਉਹ ਪੰਛੀ ਹੈ, ਉਹਨਾਂ ਦਾ ਚਹਿਚਹਾਉਣਾ, ਚਾਹੇ ਕੋਈ ਜਾਨਵਰ ਹੈ, ਉਹਨਾਂ ਦਾ ਆਪਣੀ ਆਵਾਜ਼ ਵਿੱਚ ਬੋਲਣਾ, ਚਾਹੇ ਕੋਈ ਪੇੜ ਪੌਦਾ ਹੈ, ਉਹਨਾਂ ਦਾ ਆਪਣੀ ਆਵਾਜ਼ ਦੇ ਅੰਦਰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ, ਇਹ ਸਾਰਾ ਕੁਝ ਉਹ ਪਰਮੇਸ਼ਵਰ ਸੁਣ ਰਿਹਾ, ਤੇ ਉਹ ਸੁਣਦਾ ਹੋਇਆ ਇਹਨਾਂ ਜੀਵਾਂ ਦੀ ਕੱਲੇ ਕੱਲੇ ਬੋਲ ਨੂੰ ਪ੍ਰਵਾਨਦਾ ਵੀ ਹੈ, ਤੇ ਉਹਨਾਂ ਦੀ ਬੋਲੀ ਮੁਤਾਬਕ, ਉਹਨਾਂ ਦੀ ਭਾਸ਼ਾ ਮੁਤਾਬਕ, ਉਹਨਾਂ ਦੇ ਵਿਚਾਰਾਂ ਮੁਤਾਬਕ ਰੱਬ ਜੀ ਉਹਨਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਤੇ ਰਹਿਮਤ ਵੀ ਵਰਤਾਉਂਦਾ। ਜੇ ਬਾਬੀਹੇ ਦੀ ਪੁਕਾਰ ਸੁਣ ਕੇ ਰੱਬ ਵਰਖਾ ਕਰ ਸਕਦੇ ਨੇ, ਤੇ ਸੁਭਾਵਿਕ ਜਿਹੀ ਬਾਤ ਹੈ ਪੰਛੀਆਂ ਦੀ ਪੁਕਾਰ ਸੁਣ ਕੇ, ਜਾਨਵਰਾਂ ਦੀ ਪੁਕਾਰ ਸੁਣ ਕੇ ਵੀ ਰੱਬ ਜੀ ਕੁਦਰਤੀ ਤੌਰ ਉੱਤੇ ਬਹੁਤ ਦਾਤਾਂ ਬਖਸ਼ਦੇ ਨੇ। ਇਸੇ ਤਰ੍ਹਾਂ ਬਨਸਪਤੀ ਦੀ ਪੁਕਾਰ ਸੁਣਦਿਆਂ ਹੋਇਆਂ ਵੀ ਅਕਾਲ ਪੁਰਖ ਪਰਮੇਸ਼ਵਰ ਜੀ ਉਹਨਾਂ ਦੇ ਉੱਤੇ ਰਹਿਮਤ ਵਰਤਾਉਂਦਾ। ਕੇਵਲ ਅਸੀਂ ਇਹ ਨਾ ਜਾਣੀਏ ਵੀ ਰੱਬ ਸਾਡੀ ਭਾਸ਼ਾ ਸਮਝਦਾ ਹੈ ਤੇ ਅਸੀਂ ਰੱਬ ਅੱਗੇ ਅਰਜ਼ੋਈ ਕਰਦੇ ਹਾਂ, ਨਹੀਂ। ਹਰ ਜੰਤੂ ਰੱਬ ਅੱਗੇ ਅਰਜ਼ੋਈ ਕਰਦਾ ਹੈ
ਤੇ ਹਰ ਜੰਤੂ ਰੱਬ ਜੀ ਅੱਗੇ ਅਰਜ਼ੋਈ ਕਰਦਾ ਤੇ ਰੱਬ ਜੀ ਹਰ ਜੰਤੂ ਦੀ ਭਾਸ਼ਾ ਨੂੰ, ਉਹਦੀ ਬੋਲੀ ਨੂੰ ਜਾਣਦੇ, ਉਹਦੀ ਬੋਲੀ ਨੂੰ ਸਮਝਦੇ ਵੀ ਨੇ। ਤੇਰੀਆਂ ਖਾਣੀ ਤੇਰੀਆਂ ਬਾਣੀ, ਫਿਰ ਆਖਿਆ ਬਿਨ ਨਾਵੇਂ ਸਭ ਭਰਮ ਭੁਲਾਣੇ। ਪਰ ਰੱਬ ਜੀਓ, ਇਹ ਵੀ ਬਾਤ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ ਕਿ ਤੁਹਾਡੇ ਹੁਕਮ ਤੋਂ ਬਿਨਾਂ ਇਹ ਸਾਰੀਆਂ ਚੀਜ਼ਾਂ ਕੀ ਨੇ? ਭਰਮ ਭੁਲਾਣੀ, ਭਟਕਣਾ ਦੇ ਵਿੱਚ ਪਾ ਦੇਣ ਵਾਲੀਆਂ ਨੇ। ਉਹਨਾਂ ਚਿਰ ਜੀਵ ਦੀ ਹਰ ਬੋਲੀ, ਹਰ ਇੱਕ ਭਾਸ਼ਾ, ਹਰ ਇੱਕ ਵਿਚਾਰ ਤੁਸੀਂ ਸਮਝਦੇ ਹੋ, ਜਾਣਦੇ ਹੋ, ਪ੍ਰਵਾਨਦੇ ਹੋ, ਜਿੰਨਾ ਚਿਰ ਜੀਵ ਤੁਹਾਡੀ ਰਜ਼ਾ ਦੇ ਅਨੁਸਾਰ ਹੀ ਚੱਲਦਾ ਹੈ। ਪਰ ਜੇ ਤੁਹਾਡੀ ਰਜ਼ਾ ਤੋਂ ਮੁਨਕਰ ਹੋਵੇ, ਫਿਰ ਸਭ ਭਰਮ ਭੁਲਾਣੀ, ਫਿਰ ਸਾਰਾ ਕੁਝ ਹੀ ਇੱਕ ਭਟਕਣਾ ਰੂਪ ਬਣ ਜਾਂਦਾ, ਭਰਮ ਰੂਪ ਬਣ ਜਾਂਦਾ ਹੈ। ਗੁਰ ਸੇਵਾ ਤੇ ਹਰ ਨਾਮ ਪਾਇਆ, ਕਹਿੰਦੇ ਗੁਰੂ ਦੀ ਸੇਵਾ ਦੇ ਸਦਕਾ ਹਰੀ ਨਾਮ, ਪਰਮੇਸ਼ਵਰ ਦਾ ਨਾਮ ਜਿਹੜਾ ਉਹ ਪ੍ਰਾਪਤ ਕੀਤਾ। ਬਿਨ ਸਤਿਗੁਰ ਕੋਏ ਨਾ ਪਾਵਣਿਆ, ਗੁਰੂ ਤੋਂ ਬਿਨਾਂ ਕਿਸੇ ਵੀ ਚੀਜ਼ ਦੀ ਪ੍ਰਾਪਤੀ ਜਿਹੜੀ ਉਹ ਨਹੀਂ ਹੁੰਦੀ, ਨਾ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਔਰ ਨਾ ਹੀ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਮ ਦੀ। ਔਰ ਇੱਥੋਂ ਤੱਕ ਵੀ ਕਹਿ ਲਈਏ, ਨਾ ਹੀ ਅਸੀਂ ਗੁਰੂ ਜੀ ਦੀ ਸੇਵਾ ਤੋਂ ਬਿਨਾਂ ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਦੇ ਅੰਦਰ, ਉਹਦੀ ਰਜ਼ਾ ਦੇ ਵਿੱਚ ਰਹਿ ਸਕਦੇ ਹਾਂ। ਸਾਨੂੰ ਉਹਦੇ ਭਾਣੇ, ਉਹਦੇ ਹੁਕਮ ਵਿੱਚ ਰਹਿਣਾ ਹੀ ਉਦਣ ਆਉਂਦਾ ਹੈ ਜਿੱਦਣ ਅਸੀਂ ਗੁਰੂ ਕੀ ਸੇਵਾ ਨੂੰ ਕਮਾਉਂਦੇ ਹਾਂ। ਗੁਰੂ ਕੀ ਸੇਵਾ ਤੋਂ ਸਖਣਾ ਜੀਵ ਨਾ ਤੇ ਅਕਾਲ ਪੁਰਖ ਜੀ ਕੇ ਹੁਕਮ ਵਿੱਚ ਰਹਿ ਸਕਦਾ ਹੈ, ਨਾ ਹੀ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਾਪਤੀ ਕਰ ਸਕਦਾ ਹੈ, ਔਰ ਨਾ ਹੀ ਉਸ ਮਾਲਕ ਪਾਤਸ਼ਾਹ ਜੀ ਦਾ ਮਿਲਾਪ ਔਰ ਉਹਦੇ ਮੇਲ ਦਾ ਸੁੱਖ ਮੰਨ ਸਕਦਾ। ਜੇ ਉਹਦੇ ਮਿਲਾਪ ਦਾ, ਉਹਦੇ ਮੇਲ ਦਾ ਸੁੱਖ ਮੰਨਣਾ ਹੈ, ਫਿਰ ਗੁਰੂ ਕੀ ਸੇਵਾ ਨੂੰ ਕਮਾਉਣਾ ਪਏਗਾ। ਗੁਰੂ ਕੀ ਸੇਵਾ ਨੂੰ ਕਮਾਉਂਦਿਆਂ ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ, ਉਹਦੀ ਰਜ਼ਾ ਦੇ ਵਿੱਚ ਸਾਨੂੰ ਰਹਿਣਾ ਪਏਗਾ। ਜਦੋਂ ਉਹਦੀ ਰਜ਼ਾ ਦੇ ਅਨੁਸਾਰੀ ਚੱਲਾਂਗੇ, ਫਿਰ ਜੀਵ ਕਿਤੇ ਜਾ ਕੇ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਮਿਲਾਪ ਦਾ ਸੁਖ ਔਰ ਆਨੰਦ ਮੰਨਦਾ ਹੈ। ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜਿਹੀ ਮਨਸਾ ਕਰ ਲਾਗੈ ਤਿਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵਥੂ ਕਾ, ਪੂਰੇ ਭਾਗ ਮਿਲਾਵਣਿਆ। ਫਿਰ ਮਾਲਕ ਜੀ ਨੇ ਆਖਿਆ, ਕਹਿੰਦੇ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਬੜੇ ਸਪਸ਼ਟ ਜਿਹੇ ਲਫ਼ਜ਼ ਨੇ ਗੁਰੂ ਸਾਹਿਬ ਜੀ ਦੇ। ਕਹਿੰਦੇ ਗੁਰੂ ਨੂੰ ਸੇਵਦਾ ਇਹ ਹੈ ਜਿਹੜਾ ਜੀਵ ਸਭ ਕੁਛ ਪਾਏ, ਉਹ ਸਭ ਕੁਝ ਹਾਸਲ ਕਰ ਲੈ। ਹੁਣ ਸੇਵਨ ਤੋਂ ਭਾਵ ਚੇਤੇ ਕਰਨਾ, ਸੇਵਨ ਤੋਂ ਭਾਵ ਉਹਦੀ ਸੇਵਾ ਵਿੱਚ ਜੁੜਨਾ। ਜਿਹੜਾ ਗੁਰੂ ਨੂੰ ਸੇਵਦਾ, ਜਿਵੇਂ ਆਪਾਂ ਮਾਲਕ ਜੀ ਕੀ ਪਾਵਨ ਬਾਣੀ 'ਚ ਬਚਨ ਪੜ੍ਹਦੇ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਈ। ਜਿੱਦਾਂ ਦੀ ਭਾਵਨਾ ਉਦਾਂ ਦਾ ਫਲ। ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਅਸੀਂ ਗੁਰੂ ਕੋਲ ਆਵਾਂਗੇ, ਇੱਛਾ ਲੈ ਕੇ ਆਵਾਂਗੇ, ਉਦਾਂ ਦੀ ਭਾਵਨਾ ਨੂੰ ਫਲ ਲੱਗ ਜਾਏਗਾ। ਜੇ ਗੁਰੂ ਦਰ ਦੇ ਉੱਤੇ ਕੋਈ ਪ੍ਰੇਮ ਸਦਕਾ ਆਇਆ ਤੇ ਗੁਰੂ ਦੇ ਕੋਲੋਂ ਪ੍ਰੇਮ ਹਾਸਲ ਕਰਕੇ ਲੈ ਗਿਆ। ਤੇ ਕੱਲਾ ਪ੍ਰੇਮ ਨਹੀਂ, ਜੇ ਗੁਰੂ ਦਰ ਦੇ ਉੱਤੇ ਕੋਈ ਵੈਰੀ ਬਣ ਕੇ, ਵੈਰੀ ਚੜ ਕੇ ਵੀ ਆਇਆ, ਤੇ ਫਿਰ ਅੱਗੋਂ ਉਸ ਵੈਰੀ ਦਾ ਸੌਦਾ ਵੀ ਗੁਰੂ ਕੋਲੋਂ, ਗੁਰੂ ਵੱਲੋਂ ਲਾਇਆ ਗਿਆ। ਦੋਵੇਂ ਪੱਖ ਬੜੇ ਸਪਸ਼ਟ ਜੇ ਲਫ਼ਜ਼। ਗੁਰੂ ਨੂੰ ਜਿੱਦਾਂ ਦੀ ਕੋਈ ਇੱਛਾ ਰੱਖ ਕੇ ਸੇਵਦਾ ਹੈ, ਉਦਾਂ ਦਾ ਫਲ ਗੁਰੂ ਕੋਲੋਂ ਲੈ ਜਾਂਦਾ ਹੈ। ਜੇ ਪ੍ਰੇਮ ਭਾਵਨਾ ਨਾਲ ਸੇਵਾਂਗੇ ਤੇ ਫਲਾਂ ਨਾਲ ਝੋਲੀਆਂ ਭਰ ਜਾਣਗੀਆਂ ਪ੍ਰੇਮ ਭਾਵਨਾ ਵਾਲੇ। ਤੇ ਜੇ ਅਸੀਂ ਗੁਰੂ ਨੂੰ ਵੈਰੀ ਰੂਪ ਜਾਣ ਕੇ ਗੁਰੂ ਦੇ ਦਰ ਤੇ ਆਵਾਂਗੇ, ਤੇ ਫਿਰ ਚੇਤਾ ਰੱਖੀਏ ਗੁਰੂ ਵੀ ਇੱਕ ਵੈਰੀ ਬਣ ਕੇ ਹੀ ਅੱਗੋਂ ਟੱਕਰੇਗਾ। ਮਤਲਬ ਇਉਂ ਕਹਿ ਲਈਏ ਵੀ ਗੁਰੂ ਉਸ ਵਕਤ ਸਾਡੀ ਵੈਰ ਭਾਵਨਾ ਨੂੰ ਜਾਂ ਤੇ ਖਤਮ ਕਰਨਗੇ, ਤੇ ਜਾਂ ਜੇ ਅਸੀਂ ਆਪਣੀ ਵੈਰ ਭਾਵਨਾ ਛੱਡਣ ਲਈ ਤਿਆਰ ਨਹੀਂ, ਆਪਣੀ ਵੈਰ ਭਾਵਨਾ ਨੂੰ ਤਿਆਗਣ ਲਈ ਤਿਆਰ ਨਹੀਂ ਆ, ਤੇ ਫਿਰ ਗੁਰੂ ਕੀ ਕਰਦਾ? ਜੇ ਅਸੀਂ ਗੁਰੂ ਦਰ ਤੇ ਵੈਰ ਭਾਵਨਾ ਲੈ ਕੇ ਆਏ ਹਾਂ, ਜਾਂ ਗੁਰੂ ਦੇ ਨਾਲ ਜੰਗ ਕਰਨ ਦੀ ਬਾਤ ਲੈ ਕੇ ਆਏ ਹਾਂ, ਜਾਂ ਜੰਗ ਕਰਨ ਦੀ ਸੋਚ ਲੈ ਕੇ ਆਏ ਹਾਂ, ਫਿਰ ਸਾਡੀ ਉਸ ਸੋਚ ਨੂੰ ਵੀ ਫਲ ਲੱਗਦਾ। ਇਹ ਨਹੀਂ ਵੀ ਫਲ ਨਹੀਂ ਲੱਗਦਾ। ਜੇ ਗੁਰੂ ਦੇ ਸਨਮੁਖ ਜੰਗ ਦੇ ਮੈਦਾਨ ਅੰਦਰ ਜੂਝਣ ਵਾਲਾ, ਜੰਗ ਦੇ ਮੈਦਾਨ ਵਿੱਚ ਲੜਨ ਵਾਲਾ ਆਪਣੇ ਮਨ 'ਚ ਵਿਚਾਰ ਰੱਖਦਾ ਨਾ ਵੀ ਇੱਕ ਵਾਰੀ ਕਿਤੇ ਗੁਰੂ ਸਤਿਗੁਰੂ ਜੀ ਦਾ ਮੇਰੇ ਸਾਹਮਣੇ ਆ ਜਾਣ ਤੇ ਮੇਰੇ ਦੋ ਹੱਥ ਗੁਰੂ ਸਾਹਿਬ ਨਾਲ ਹੋਣ, ਤੇ ਫਿਰ ਮੈਂ ਜੰਗ ਦੇ ਮੈਦਾਨ ਵਿੱਚ ਦੱਸਾਂਗਾ ਵੀ ਮੈਂ ਕਿੱਡਾ ਕੁ ਬਲਵਾਨ ਤੇ ਕਿੱਡਾ ਕੁ ਤਾਕਤਵਰ ਹਾਂ। ਮਾਲਕ ਉਸ ਇੱਛਾ ਨੂੰ ਵੀ ਫਲ ਲਾਉਂਦੇ ਨੇ। ਸਤਿਗੁਰੂ ਜਾ ਕੇ ਸਾਹਮਣੇ ਖੜੋ ਜਾਂਦੇ ਵੀ ਲੈ
ਅਸੀਂ ਤੇਰੇ ਸਾਹਮਣੇ ਖੜੇ ਹਾਂ, ਤੂੰ ਕਰ ਵਾਰ, ਤੂੰ ਆਪਣਾ ਵਾਰ ਅਜ਼ਮਾ, ਆਪਣਾ ਬਲ ਅਜ਼ਮਾ, ਅਸੀਂ ਵੀ ਵੇਖੀਏ ਤੇਰੇ ਸਰੀਰ ਵਿੱਚ ਬਲ ਕਿੰਨਾ, ਤੇਰੇ ਵਾਰ ਵਿੱਚ ਕਿੰਨਾ ਬਲ ਹੈ, ਅਸੀਂ ਵੀ ਤੇਰੇ ਨਾਲ ਜੂਝਣ ਵਾਸਤੇ ਤੇ ਜੰਗ ਦੇ ਮੈਦਾਨ ਅੰਦਰ ਸੂਰਮਤਾਈ ਤੇਰੀ ਵੇਖਣ ਵਾਸਤੇ ਤੇਰੇ ਸਨਮੁਖ ਖੜੋ। ਜਿੱਦਾਂ ਦੀ ਕੋਈ ਭਾਵਨਾ ਲੈ ਕੇ ਸੇਵਦਾ। ਸਤਿਗੁਰੂ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ। ਮਾਲਕ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਸਾਰਾ ਕੁਝ ਮਿਲ ਜਾਂਦਾ ਹੈ। ਜਿਹੀ ਮਨਸਾ ਕਰ ਲਾਗੈ, ਮਨਸਾ ਮਤਲਬ ਇੱਛਾ, ਮਨਸਾ ਮਤਲਬ ਭਾਵਨਾ, ਜਿੱਦਾਂ ਦੀ ਅਸੀਂ ਮਨਸਾ ਕਰਕੇ ਲੱਗੇ ਹਾਂ ਤੇਹਾ ਫਲ ਪਾਏ, ਉਦਾਂ ਦਾ ਫਲ ਸਾਨੂੰ ਮਿਲ ਜਾਏਗਾ। ਜਿੱਦਾਂ ਦੀ ਸਾਡੇ ਮਨ ਦੀ ਮਨਸਾ, ਸਾਡੇ ਮਨ ਦੀ ਇੱਛਾ ਹੋਏਗੀ, ਫਲ ਚੰਗਾ ਹੋਏਗਾ। ਇੱਛਾ ਚੰਗੀ ਹੋਏਗੀ, ਫਲ ਚੰਗਾ ਹੋਏਗਾ। ਇੱਛਾ ਚੰਗੀ ਨਹੀਂ, ਫਲ ਵੀ ਉਸੇ ਤਰ੍ਹਾਂ ਦਾ। ਜਿੱਦਾਂ ਦੀ ਮਨਸਾ। ਗੁਰੂ ਇੱਕ ਐਸਾ ਖਜ਼ਾਨਾ ਹੈ, ਜਾਂ ਇਹਨੂੰ ਇਉਂ ਕਹਿ ਲਈਏ, ਗੁਰੂ ਇੱਕ ਉਹ ਅਸਥਾਨ ਵਰਗਾ ਹੈ ਜਿਹੜੇ ਅਸਥਾਨ ਉੱਤੇ ਸਾਡੀ ਮਾਰੀ ਹੋਈ ਆਵਾਜ਼ ਗੂੰਜਦੀ ਹੈ ਨਾ, ਅਸੀਂ ਜੋ ਆਪਣੀ ਜ਼ੁਬਾਨ ਤੋਂ ਬੋਲਾਂਗੇ ਸਾਨੂੰ ਪਰਤ ਕੇ 2 ਵਾਰ 3 ਵਾਰ ਉਹੀ ਕੁਝ ਸੁਣਦਾ। ਤੇ ਗੁਰੂ ਉਸੇ ਤਰ੍ਹਾਂ ਅਸੀਂ ਗੁਰੂ ਦਰ ਉੱਤੇ ਆ ਕੇ ਜਿੱਦਾਂ ਦੀ ਭਾਵਨਾ ਲੈ ਕੇ ਆਵਾਜ਼ ਮਾਰਾਂਗੇ, ਸਾਨੂੰ ਪਰਤ ਕੇ ਉਹੀ ਆਵਾਜ਼ ਮੁੜ ਮੁੜ ਕੇ ਸੁਣਨੀ ਪਏਗੀ ਤੇ ਸਾਡੀ ਭਾਵਨਾ ਨੂੰ ਉਸੇ ਤਰ੍ਹਾਂ ਦਾ ਫਲ ਲੱਗੇਗਾ। ਜਿਵੇਂ ਆਪਾਂ ਕਹਿ ਲਈਏ ਇੱਕ ਪਾਵਨ ਬਾਣੀ ਦਾ ਬਚਨ ਹੈ, ਸਤਿਗੁਰੂ ਜੀ ਉੱਥੇ ਜ਼ਿਕਰ ਕਰਦੇ ਆ ਆਕਾਸ਼ ਵੱਲ ਨੂੰ ਬਾਣ ਸਿੱਧਣ ਦਾ, ਆਕਾਸ਼ ਵੱਲ ਨੂੰ ਬਾਣ ਚਲਾਉਣ ਦਾ ਜ਼ਿਕਰ ਕਰਦੇ। ਗੁਰੂ ਪਾਤਸ਼ਾਹ ਜੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਸਰ ਸੰਧੈਗਾ ਆਕਾਸ਼ ਕੋ ਕਿਉਂ ਪਹੁੰਚੇ ਬਾਣ। ਗੁਰੂ ਇੱਕ ਐਸੀ ਸ਼ਖਸੀਅਤ ਹੈ ਵੀ ਉਹ ਆਕਾਸ਼ ਵਰਗਾ ਹੈ, ਆਸਮਾਨ ਵਰਗਾ ਹੈ, ਤੇ ਅਸੀਂ ਆਕਾਸ਼ ਵੱਲ ਜੇ ਸਰ ਕਹਿੰਦੇ ਤੀਰ ਨੂੰ, ਤੀਰ ਛੱਡੀ ਵੀ ਜਾਵਾਂਗੇ ਤੇ ਆਕਾਸ਼ ਵਿੱਚ ਕਦੇ ਮੋਰੀਆਂ ਨਹੀਂ ਹੁੰਦੀਆਂ। ਤੇ ਮੈਂ ਕਦੇ ਇਹ ਨਹੀਂ ਕਹਿ ਸਕਦਾ ਵੀ ਮਾਰ ਮਾਰ ਕੇ ਤੀਰ ਮੈਂ ਆਕਾਸ਼ ਵਿੰਨ ਛੱਡਿਆ, ਜਾਂ ਮਾਰ ਮਾਰ ਕੇ ਤੀਰ ਮੈਂ ਆਕਾਸ਼ ਥੱਲੇ ਸੁੱਟ ਲੈਣਾ। ਆਕਾਸ਼ ਦਾ ਕੁਝ ਵੀ ਨਹੀਂ ਵਿਗੜਨਾ। ਮੈਂ ਇੱਕ ਛੱਡ ਕੇ ਭਾਵੇਂ 10 ਤੀਰ ਚਲਾ ਲਾਂ, 10 ਛੱਡ ਕੇ ਭਾਵੇਂ 100 ਚਲਾ ਲਾਂ, 100 ਛੱਡ ਕੇ ਭਾਵੇਂ 1000 ਤੀਰ ਕਿਉਂ ਨਾ ਚਲਾ ਲਾਂ, ਆਕਾਸ਼ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਣਾ। ਆਕਾਸ਼ ਵਿੱਚ ਇੱਕ ਛੇਕ ਵੀ ਨਹੀਂ ਹੋਣਾ। ਪਰਤ ਕੇ ਉਹ ਤੀਰ ਹੋ ਸਕਦਾ ਆ ਕੇ ਮੇਰੇ ਵੱਜੇ ਤੇ ਮੇਰਾ ਜ਼ਰੂਰ ਉਸ ਥਾਂ ਦੇ ਉੱਤੇ ਭੋਗ ਪੈ ਸਕਦਾ ਹੈ, ਪਰ ਆਕਾਸ਼ ਦਾ ਉੱਥੇ ਕੁਝ ਵੀ ਨਹੀਂ ਵਿਗੜਨਾ। ਸਰ ਸੰਧੇ ਆਕਾਸ਼ ਕੋ, ਜੇ ਕੋਈ ਆਕਾਸ਼ ਵੱਲ ਤੀਰ ਸੰਧ ਰਿਹਾ ਹੈ, ਕਿਉਂ ਪਹੁੰਚੇ ਬਾਣ, ਕਿਵੇਂ ਉੱਥੋਂ ਤੱਕ ਬਾਣ ਪਹੁੰਚ ਜਾਏਗਾ, ਤੀਰ ਕਿਵੇਂ ਪਹੁੰਚ ਜਾਏਗਾ। ਤੇ ਜੇ ਗੁਰੂ ਕੋਲ ਆ ਕੇ ਅਸੀਂ ਮੰਦੀਆਂ ਭਾਵਨਾਵਾਂ ਲੈ ਕੇ ਆਏ ਹਾਂ, ਤੇ ਮਾਲਕ ਪਾਤਸ਼ਾਹ ਦੀ ਜ਼ਿਕਰ ਕਰਦੇ ਆ ਬਾਣੀ 'ਚ ਆਖਦੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਜੇ ਗੁਰੂ ਸਭਨਾਂ ਦਾ ਭਲਾ ਲੋਚਦਾ ਨਾ, ਤੇ ਚੇਤਾ ਰੱਖੀਏ ਗੁਰੂ ਦਾ ਮਾੜਾ ਸੋਚਣ ਵਾਲੇ ਕਦੇ ਗੁਰੂ ਦਾ ਮਾੜਾ ਨਹੀਂ ਕਰ ਸਕਦੇ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਕੋਈ ਇਨਸਾਨ ਵੈਰ ਭਾਵਨਾ ਕਮਾਉਂਦਾ ਕਮਾਉਂਦਾ ਆਪਣੀ ਜ਼ਮੀਰ ਤੋਂ ਇੰਨਾ ਕੁ ਡਿੱਗ ਜਾਏ, ਆਪਣੇ ਈਮਾਨ ਤੋਂ ਇੰਨਾ ਕੁ ਡਿੱਗ ਜਾਏ ਕਿ ਗੁਰੂ ਪ੍ਰਤੀ ਨਾ ਹਿਰਦੇ 'ਚ ਪ੍ਰੇਮ ਰਵੇ, ਨਾ ਗੁਰੂ ਪ੍ਰਤੀ ਹਿਰਦੇ 'ਚ ਸ਼ਰਧਾ ਰਵੇ, ਨਾ ਗੁਰੂ ਪ੍ਰਤੀ ਹਿਰਦੇ 'ਚ ਭਾਵਨਾ ਰਵੇ। ਪਰ ਚੇਤਾ ਰੱਖੀਏ ਗੁਰੂ ਫਿਰ ਵੀ ਭਲਾ ਲੋਚਦਾ ਹੈ, ਇਸ ਕਰਕੇ ਗੁਰੂ ਦਾ ਕਦੇ ਕੋਈ ਮਾੜਾ ਕਰ ਨਹੀਂ ਸਕਦਾ, ਭਾਵੇਂ ਲੱਖ ਕੋਈ ਯਤਨ ਕਰ ਲੇ। ਸਤਿਗੁਰੂ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ। ਮਾਲਕ ਜੀ ਕਹਿੰਦੇ ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ। ਜਿੱਦਾਂ ਦੀ ਕਿਸੇ ਨੇ ਮਨਸਾ ਰੱਖੀ ਉਦਾਂ ਦਾ ਫਲ ਮਿਲਿਆ। ਫਿਰ ਸਤਿਗੁਰ ਦਾਤਾ ਸਭਨਾ ਵਸਤੂ ਕਾ, ਕਿਹੜੀ ਵਸਤੂ ਹੈ ਜਿਹੜੀ ਗੁਰੂ ਦਰ ਤੋਂ ਨਹੀਂ ਮਿਲਦੀ। ਹਰ ਵਸਤੂ, ਹਰ ਵਕਤ ਆਪਾਂ ਇਤਿਹਾਸ ਪੜ੍ਹਦੇ ਹਾਂ ਗੁਰੂ ਸਾਹਿਬਾਨਾਂ ਦਾ। ਕਿਸੇ ਨੇ ਦੁੱਧ ਮੰਗਿਆ ਦੁੱਧ ਮਿਲਿਆ, ਕਿਸੇ ਨੇ ਪੁੱਤ ਮੰਗਿਆ ਪੁੱਤ ਮਿਲਿਆ, ਕਿਸੇ ਨੇ ਧਨ ਮੰਗਿਆ ਧਨ ਮਿਲਿਆ, ਕਿਸੇ ਨੇ ਘਰ ਮੰਗਿਆ ਘਰ ਮਿਲਿਆ। ਜੇ ਕਿਸੇ ਨੇ ਇਹ ਆਖਿਆ ਨਾ ਵੀ ਗੁਰੂ ਘਰ ਵਿੱਚ ਆ ਕੇ ਆਪਣੇ ਚਰਨ ਪਾ ਜਾਣ, ਤੇ ਗੁਰੂ ਪਾਤਸ਼ਾਹ ਚਰਨ ਪਾਉਣ ਵਾਸਤੇ ਘਰੇ ਤਾਂ ਵੀ ਚਲੇ। ਜੇ ਸਭਨਾ ਵਸਤੂ ਕਾ, ਗੁਰੂ ਸਾਰੀਆਂ ਵਸਤੂਆਂ ਦਾ ਦਾਤਾ। ਸਿਰਫ ਸਾਨੂੰ ਵੱਥ ਮੰਗਣ ਦੀ ਜਾਚ ਆਉਣੀ ਚਾਹੀਦੀ, ਇਦੋਂ ਵੱਧ ਕੇ ਕੁਝ ਨਹੀਂ। ਗੁਰੂ ਦੇ ਦਰ, ਜਿਵੇਂ ਆਪਾਂ ਮਾਲਕ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ। ਕਿਹੜੀ ਵਸਤੂ ਹੈ ਜਿਹੜੀ ਵਸਤੂ ਵੱਲ ਅਸੀਂ ਹੱਥ ਕਰਕੇ ਕਹਿ ਦਈਏ ਵੀ ਤੇਰੇ ਘਰ ਵਿੱਚ ਨਹੀਂ। ਘਰ ਤਾਂ ਤੇਰਾ ਸਭ ਕੁਛ ਹੈ, ਪਰ ਇੱਕ ਬਾਤ ਹੈ, ਜਿਸ ਦੇਹ ਸੋ ਪਾਵੇ। ਜਿਹਨੂੰ ਤੂੰ ਦੇਣਾ ਨਾ, ਬਸ ਉਸੇ ਦੀ ਝੋਲੀ ਵਿੱਚ ਉਹ ਵਸਤੂ ਪੈਂਦੀ ਹੈ ਸਭ ਕੁਝ। ਤੂੰ ਕਿਸੇ ਕੋਲੋਂ ਕੁਝ ਲੈਣ ਨਹੀਂ ਜਾਣਾ, ਜਾਂ ਕਿਸੇ ਕੋਲੋਂ ਮੰਗ ਕੇ ਲਿਆ ਕੇ ਨਹੀਂ ਸਾਨੂੰ ਦੇਣਾ, ਤੇਰੇ ਕੋਲ ਹੈ। ਬਸ ਇਹ ਹੈ ਵੀ ਸਾਡੀ ਮੰਗ ਤੇਰੇ ਤੱਕ ਪਹੁੰਚਣੀ ਚਾਹੀਦੀ ਹੈ ਵੀ ਰੱਬਾ ਮੈਨੂੰ ਆਹ ਕੁਝ ਚਾਹੀਦਾ। ਹੇ ਸਤਿਗੁਰੂ ਜੀ, ਮੈਂ ਆਹ ਭਾਵਨਾ ਲੈ ਕੇ ਆਇਆ
ਮੇਰੇ ਮਨ ਦੀ ਇਹ ਮਨਸ਼ਾ ਹੈ, ਮੇਰੇ ਮਨ ਦੀ ਇਹ ਭਾਵਨਾ, ਤੇ ਆਪ ਜੀ ਕਿਰਪਾ ਕਰਕੇ ਭਾਵਨਾ ਪੂਰੀਆਂ ਕਰੋ। ਮੇਰੀ ਅਰਜ਼ੋਈ ਤੇਰੇ ਦਰ ਤੇ ਪਹੁੰਚਣੀ ਚਾਹੀਦੀ ਹੈ। ਦੇਣ ਲੱਗਿਆ ਤੇ ਤੂੰ ਉਸੇ ਵਕਤ ਝੋਲੀ ਵਿੱਚ ਪਾ ਦਿੰਦਾ, ਬਸ ਮੇਰੀ ਅਰਜ਼ੋਈ ਵਿੱਚ ਸਮਾਂ ਲੱਗ ਜਾਂਦਾ ਹੈ, ਮੇਰੀ ਅਰਜ਼ੋਈ ਅੰਦਰ ਦੇਰੀ ਹੋ ਜਾਂਦੀ ਹੈ। ਰੱਬ ਜੀ ਤੂੰ ਦਾਤ ਦੇਣ ਲੱਗਿਆ ਤੇ ਇੱਕ ਝਟ ਲਾਉਣਾ ਹੈ, ਦਾਤ ਦੇਣ ਲੱਗਿਆ ਤੇ ਇੱਕ ਪਲ ਮਾਤਰ ਸਮੇਂ ਵਿੱਚ ਝੋਲੀਆਂ ਭਰ ਦਿੰਦਾ, ਬਸ ਮੇਰੀ ਅਰਜ਼ੋਈ ਤੇਰੇ ਦਰ ਉੱਤੇ ਕਰਨ ਲੱਗਿਆ ਮੈਂ ਅਰਜ਼ ਇਕਾਗਰਤਾ ਨਾਲ ਛੇਤੀ ਨਹੀਂ ਕਰ ਪਾਉਂਦਾ, ਆਪਣੀ ਅਰਜ਼ੋਈ ਇਕਾਗਰਤਾ ਨਾਲ ਮੈਂ ਜਿੱਦਣ ਕਰਦਾ ਉਸੇ ਵਕਤ ਤੂੰ ਮੇਰੀ ਝੋਲੀ ਭਰ ਦਿੰਦਾ। ਸਤਿਗੁਰ ਦਾਤਾ ਸਭਨਾ ਬੱਥੂ ਕਾ। ਫਿਰ ਸਾਹਿਬ ਕਹਿੰਦੇ ਪੂਰੇ ਭਾਗ ਮਿਲਾਵਣੇ ਆ, ਤੇ ਐਸੇ ਗੁਰੂ ਦਾ ਮਿਲਾਪ ਜਿਹੜਾ ਨਾ ਉਹ ਪੂਰੇ ਭਾਗਾਂ ਦੇ ਨਾਲ, ਚੰਗੇ ਭਾਗਾਂ ਦੇ ਸਦਕਾ ਹੀ ਹੁੰਦਾ ਹੈ। ਇਹ ਮਨ ਮੈਲਾ ਇਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਪਾਏ। ਤਟ ਤੀਰਥ ਦਿਸੰਤਰ ਭਵੈ ਅਹੰਕਾਰੀ, ਹੋਰ ਵਧੇਰੈ ਹਉਮੈ ਮਲ ਲਾਵਣਿਆ। ਮੈਲ ਜਿਤਨੀ ਵੀ ਲੱਗੀ ਹੋਵੇ ਉਹਨੂੰ ਧੋਣ ਵਾਸਤੇ ਪਾਣੀ ਦੀ ਵਰਤੋਂ ਹੀ ਕਰਨੀ ਪੈਂਦੀ, ਉਦੋਂ ਬਿਨਾ ਨਹੀਂ ਉਹ ਕਦੇ ਵੀ ਲੱਥੀ। ਚਾਹੇ ਵਸਤੂ ਹੋਵੇ, ਚਾਹੇ ਉਹ ਵਸਤਰ ਹੋਣ, ਕੱਪੜਾ ਹੋਵੇ, ਚਾਹੇ ਉਹ ਮਨੁੱਖਾ ਸਰੀਰ ਕਿਉਂ ਨਾ ਹੋਵੇ, ਦੋਵੇਂ ਚੀਜ਼ਾਂ। ਕੱਪੜਿਆਂ ਨੂੰ ਸਾਫ਼ ਕਰਨ ਵਾਸਤੇ ਵੀ ਪਾਣੀ ਦੀ ਵਰਤੋਂ ਕਰਨੀ ਪਈ, ਸਰੀਰ ਨੂੰ ਸਾਫ਼ ਕਰਨ ਵਾਸਤੇ ਵੀ ਪਾਣੀ ਦੀ ਵਰਤੋਂ ਕਰਨੀ ਪਈ। ਨਾ ਤੇ ਅਸੀਂ ਸਰੀਰ ਕਿਸੇ ਹੋਰ ਵਸਤੂ ਨਾਲ ਧੋਈਏ ਤੇ ਮੈਲ ਲੱਥ ਸਕਦੀ, ਨਾ ਹੀ ਅਸੀਂ ਕੱਪੜੇ ਕਿਸੇ ਹੋਰ ਵਸਤੂ ਨਾਲ ਧੋਈਏ ਤੇ ਮੈਲ ਲੱਥ ਸਕਦੀ। ਵੀ ਮੈਂ ਕਹਾਂ ਜੀ ਮੈਂ ਪਾਣੀ ਨਾਲ ਨਹੀਂ, ਮੈਂ ਤੇ ਕਿਸੇ ਹੋਰ ਪਦਾਰਥ ਨਾਲ ਕੱਪੜੇ ਧੋਵਾਂਗਾ, ਮੈਲ ਨਹੀਂ ਲੱਥੇਗੀ, ਪਾਣੀ ਦੀ ਵਰਤੋਂ ਕਰਨੀ ਪਏਗੀ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਹ ਮਨ ਮੈਲਾ, ਇਹ ਬਾਤ ਸਾਨੂੰ ਮੰਨਣੀ ਪਏਗੀ, ਇਹਦੇ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ। ਸਾਡੇ ਅੰਦਰ ਉਪਜਣ ਵਾਲੀਆਂ ਗੰਦਲੀਆਂ ਵਿਚਾਰਾਂ, ਸਾਡੇ ਅੰਦਰ ਪੈਦਾ ਹੋਣ ਵਾਲੇ ਮੰਦੇ ਖਿਆਲਾਤ ਇਸ ਗੱਲ ਦਾ ਪ੍ਰਤੀਕ ਨੇ ਵੀ ਸਾਡਾ ਮਨ ਬੜੀ ਮੈਲ ਨਾਲ ਭਰਿਆ ਪਿਆ। ਜੇ ਸਾਡਾ ਮਨ ਸੁਥਰਾ ਹੁੰਦਾ ਤੇ ਸਾਡੇ ਖਿਆਲਾਤ ਕਦੇ ਮਾੜੇ ਨਹੀਂ ਸੀ ਹੋਣੇ, ਜੇ ਸਾਡਾ ਮਨ ਸਾਫ਼ ਹੁੰਦਾ ਤੇ ਸਾਡੀ ਸੋਚ ਕਦੇ ਮਾੜੀ ਨਹੀਂ ਸੀ ਹੋਣੀ। ਪਰ ਸਾਡੀ ਸੋਚ, ਸਾਡੇ ਵਿਚਾਰ, ਸਾਡੇ ਖਿਆਲਾਤ ਬੜੇ ਗੰਦੇ ਔਰ ਮੈਲੇ ਨੇ। ਇਹ ਇਸ ਗੱਲ ਦਾ ਸਬੂਤ ਕਹਿ ਲਈਏ ਵੀ ਸਾਡਾ ਮਨ ਬੜਾ ਮੈਲਾ, ਜਿਹਨੂੰ ਬਾਪੂ ਜੀ ਨੇ ਜ਼ਿਕਰ ਕਰਦੇ ਆਖਿਆ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਐਡਾ ਕਾਲਾ ਸ਼ਾਹ ਹੋ ਚੁੱਕਾ ਵੀ ਹੁਣ ਤੇ ਇੰਜ ਪ੍ਰਤੀਤ ਹੋਣ ਲੱਗ ਗਿਆ ਵੀ ਇਹਦਾ ਰੰਗ ਹੀ ਕਾਲਾ, ਇਹ ਸਫੇਦ ਤੋਂ ਕਾਲੇ ਰੰਗ ਦਾ ਬਣ ਚੁੱਕਾ। ਮੈਲ ਬੜੀ ਇਕੱਠੀ ਕਰ ਲਈ ਮਨ ਨੇ। ਹੁਣ ਇਹ ਮਨ ਮੈਲਾ, ਸਤਿਗੁਰੂ ਕਹਿੰਦੇ ਮੰਨਣਾ ਪਏਗਾ ਵੀ ਮਨ ਮੈਲਾ ਹੈ, ਕਿਉਂਕਿ ਜਿੰਨਾ ਚਿਰ ਅਸੀਂ ਮੰਨਦੇ ਨਹੀਂ ਆ ਮੈਲਾ ਹੈ, ਉਹਨਾਂ ਚਿਰ ਅਸੀਂ ਧੋਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਯਤਨ ਨਹੀਂ ਕਰ। ਜਦੋਂ ਤੱਕ ਸਾਨੂੰ ਇਹ ਪ੍ਰਤੀਤ ਨਹੀਂ ਹੋ ਜਾਂਦਾ, ਭਰੋਸਾ ਨਹੀਂ ਬਣ ਜਾਂਦਾ ਵੀ ਮੇਰੇ ਕੱਪੜੇ ਮੈਲੇ ਨੇ, ਉਹਨਾਂ ਚਿਰ ਅਸੀਂ ਧੋਂਦੇ ਹੀ ਨਹੀਂ। ਜੇ ਅਸੀਂ ਉਤਾਰ ਕੇ ਵੀ ਰੱਖੇ ਨੇ ਨਾ, ਤੇ ਖਿਆਲ ਰੱਖੋ ਇਹ ਮਨੁੱਖੀ ਸੋਚ ਹੈ, ਮਨੁੱਖੀ ਫਿਤਰਤ ਹੈ ਕਿ ਇਨਸਾਨ ਪਹਿਲੋਂ ਵੇਖਦਾ ਵੀ ਮੇਰੇ ਪਹਿਨੇ ਹੋਏ ਕੱਪੜੇ ਮੈਲੇ ਤੇ ਨਹੀਂ ਹੋਏ। ਜੇ ਮੈਲੇ ਨਹੀਂ ਤੇ ਉਸੇ ਤਰ੍ਹਾਂ ਮੁੜ ਉਹਨਾਂ ਨੂੰ ਟੰਗ ਦਿੰਦਾ, ਰੱਖ ਲੈਂਦਾ, ਮੁੜ ਕੇ ਫਿਰ ਦੁਬਾਰਾ ਪਾਉਣ ਲਈ। ਪਰ ਜੇ ਮੈਲੇ ਹੋਣ ਫਿਰ ਧੋਣ ਵਾਸਤੇ ਰੱਖ ਦਿੰਦਾ ਵੀ ਨਹੀਂ ਹੁਣ ਧੋਣੇ ਪੈਣਗੇ। ਮਤਲਬ ਵਸਤਰ ਵੀ ਅਸੀਂ ਤਾਂ ਧੋਤੇ ਜੇ ਸਾਨੂੰ ਪ੍ਰਤੀਤ ਹੋਈ ਵੀ ਸਾਡੇ ਵਸਤਰ ਮੈਲੇ ਨੇ, ਜੇ ਨਹੀਂ ਪ੍ਰਤੀਤ ਹੋਈ ਅਸੀਂ ਉਸੇ ਤਰ੍ਹਾਂ ਰੱਖ ਲੈਨੇ ਵੀ ਨਹੀਂ ਮੈਲਾ ਹੋਇਆ। ਇਸੇ ਤਰ੍ਹਾਂ ਚਾਹੇ ਕੋਈ ਹੋਰ ਵਸਤੂ ਹੈ, ਪਦਾਰਥ ਹੈ, ਅਸੀਂ ਉਹਦੀ ਸਫਾਈ ਤਾਂ ਕਰਦੇ ਹਾਂ ਜੇ ਸਾਨੂੰ ਪ੍ਰਤੀਤ ਹੁੰਦਾ ਹੈ ਵੀ ਸਾਡਾ ਇਹ ਵਸਤੂ, ਇਹ ਪਦਾਰਥ ਗੰਦਲਾ ਹੈ। ਜਿਵੇਂ ਆਪਾਂ ਹੋਰ ਸੌਖਾ ਜਿਹਾ ਤਰੀਕੇ ਨਾਲ ਸਮਝੀਏ, ਘਰ ਦੇ ਵਿੱਚ ਅਸੀਂ ਨਿਤਾ ਪ੍ਰਤੀ ਝਾੜੂ ਔਰ ਪੋਚਾ ਕਰਦੇ ਹਾਂ। ਕਾਰਨ ਕੀ ਹੈ? ਰੋਜ਼ ਸਾਨੂੰ ਪ੍ਰਤੀਤ ਹੈ, ਇੱਕ ਭਰੋਸਾ ਵੀ ਰੋਜ਼ ਘਰ ਦੇ ਵਿੱਚ ਗੰਦਗੀ ਆਉਂਦੀ ਹੈ, ਇਸ ਕਰਕੇ ਸਾਫ਼ ਕਰਨਾ ਲਾਜ਼ਮੀ। ਜਿੱਦਣ ਕਿਤੇ ਲੱਗੇ ਵੀ ਘਰ ਦੇ ਵਿੱਚ ਝਾੜੂ ਲਾਇਆ ਤੇ ਫਰਸ਼ ਸਾਫ਼ ਹੈ, ਉਦੋਂ ਅਸੀਂ ਸੋਚਦੇ ਹਾਂ ਵੀ ਜੇ ਅੱਜ ਪੋਚਾ ਨਾ ਵੀ ਲੱਗੇਗਾ ਤੇ ਸਰ ਜਾਏਗਾ, ਕਿਉਂਕਿ ਅਜੇ ਫਰਸ਼ ਸਾਫ਼ ਹੈ, ਗੰਦਲਾ ਨਹੀਂ ਹੋਇਆ। ਇਨਸਾਨ ਜੇ ਪਹਿਲੋਂ ਪ੍ਰਤੀਤ ਕਰਦਾ ਫਿਰ ਅਗਾਂਹ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼। ਜਿਹੜਾ ਬੰਦਾ ਇਹੀ ਨਾ ਮੰਨੇਗਾ ਮਨ ਮੈਲਾ ਹੈ, ਉਹ ਧੋਵੇਗਾ ਕਿਵੇਂ? ਜਿਹੜਾ ਬੰਦਾ ਇਹੀ ਨਹੀਂ ਮੰਨੇਗਾ ਕਿ ਮਨ ਵਿੱਚ ਗੰਦਗੀ ਭਰ ਚੁੱਕੀ ਹੈ, ਉਹ ਸਾਫ਼ ਕਰੇਗਾ ਕਿਵੇਂ? ਇਸ ਲਈ ਸਭ ਤੋਂ ਪਹਿਲਾਂ ਇਹ ਮੰਨਣਾ ਪਏਗਾ ਇਹ ਮਨ ਮੈਲਾ। ਮਾਲਕ ਜੀ ਕਹਿੰਦੇ ਇਹ ਮਨ ਮੈਲਾ ਹੈ,
ਤੇ ਇਹਦੀ ਮੈਲ ਦਾ ਕਾਰਨ ਕੀ ਹੈ? ਇੱਕ ਨਾ ਧਿਆਏ। ਇਹ ਇੱਕ ਨੂੰ ਧਿਆਉਂਦਾ ਨਹੀਂ ਹੈ, ਇਸ ਕਰਕੇ ਮੈਲ ਹੈ। ਇਹ ਇੱਕ ਦੀ ਬੰਦਗੀ ਨਹੀਂ ਕਰਦਾ, ਇਸ ਕਰਕੇ ਗੰਧਲਾਖ ਹੈ। ਜੇ ਇੱਕ ਦੀ ਬੰਦਗੀ ਕਰਦਾ ਹੁੰਦਾ ਤੇ ਸੁਥਰਾ ਹੁੰਦਾ, ਇੱਕ ਦੀ ਬੰਦਗੀ ਕਰਦਾ ਹੁੰਦਾ ਤੇ ਸਾਫ਼ ਹੁੰਦਾ। ਇਹਨੇ ਇੱਕ ਨੂੰ ਚੇਤੇ ਨਹੀਂ ਕੀਤਾ, ਇੱਕ ਨੂੰ ਅਰਾਧਿਆ ਨਹੀਂ, ਇਸ ਕਰਕੇ ਇਹ ਮਨ ਹੈ ਮੈਲਾ। ਫਿਰ ਕਹਿੰਦੇ ਅੰਤਰ ਮੈਲ ਲਾਗੀ ਬਹੁ ਦੂਜੇ ਪਾਏ। ਇਹ ਵੀ ਨਹੀਂ ਵੀ ਥੋੜਾ ਬਹੁਤਾ ਮੈਲਾ ਹੈ, ਕਹਿੰਦੇ ਅੰਤਰ ਮੈਲ ਲਾਗੀ, ਅੰਦਰ ਮੈਲ ਭਰੀ ਪਈ ਹੈ, ਬਹੁ ਬੜੀ ਜ਼ਿਆਦਾ ਦੂਜੇ ਪਾਏ। ਮੈਲ ਦਾ ਕਾਰਨ ਕੀ ਹੈ? ਕਿਉਂਕਿ ਇੱਕ ਦੀ ਬੰਦਗੀ ਨਹੀਂ, ਇੱਕ ਨੂੰ ਛੱਡ ਕੇ ਆਰਾਧਨਾ ਕਰਦਾ ਫਿਰਦਾ ਹੈ। ਤਟ ਤੀਰਥ ਦਸੰਤਰ ਭਵੈ। ਫਿਰ ਇਸ਼ਨਾਨ ਕਰਨ ਵਾਸਤੇ ਤਟ ਤੇ ਤੀਰਥਾਂ ਤੇ ਭੱਜਿਆ ਫਿਰਦਾ, ਦੌੜਿਆ ਫਿਰਦਾ, ਭਟਕਦਾ ਫਿਰਦਾ ਹੈ। ਅਹੰਕਾਰੀ, ਹੋਰ ਹੰਕਾਰੀ ਹੋਈ ਜਾਂਦਾ। ਫਿਰ ਹੋਰ ਵਧੇਰਾ ਹਉਮੈ ਮਲ ਲਾਵਣਿਆ, ਇਹ ਹੋਰ ਮੈਲ ਲਾਈ ਜਾਂਦਾ। ਲਾਉਣ ਦੀ ਬਜਾਏ ਮੈਲ ਇਕੱਠੀ ਕਰੀ ਜਾਂਦਾ, ਧੋਣ ਦੀ ਬਜਾਏ ਗੰਦਲਾ ਕਰੀ ਜਾਂਦਾ, ਧੋਣ ਦੀ ਬਜਾਏ ਸਾਫ਼ ਕਰਨ ਦੀ ਬਜਾਏ ਉਹਨੂੰ ਗੰਦਗੀ ਵਿੱਚ ਹੋਰ ਲਬੇੜੀ ਜਾਂਦਾ। ਜਿਵੇਂ ਆਪਾਂ ਹੋਰ ਸੌਖੇ ਜਿਹੇ ਤਰੀਕੇ ਨਾਲ ਵਸਤੂ ਨੂੰ ਸਾਫ਼ ਕਰਨਾ ਹੋਵੇ ਤਾਂ ਅਸੀਂ ਸਾਫ਼ ਪਾਣੀ ਵਰਤਦੇ, ਗੰਦਲੇ ਪਾਣੀ 'ਚ ਅਸੀਂ ਕਦੇ ਕੱਪੜੇ ਨਹੀਂ ਧੋਤੇ, ਗੰਦਲੇ ਪਾਣੀ ਨਾਲ ਅਸੀਂ ਕਦੇ ਕੋਈ ਵਸਤੂ ਸਾਫ਼ ਨਹੀਂ ਕੀਤੀ। ਸਾਨੂੰ ਪਤਾ ਹੈ ਵੀ ਪਹਿਲੋਂ ਗੰਦਗੀ ਨਾਲ ਭਰੇ, ਇਸ ਕਰਕੇ ਸਾਫ਼ ਪਾਣੀ ਨਾਲ ਧੋਣੇ ਪੈਣਗੇ। ਫਿਰ ਵੇਖੋ ਨਾ, ਕੱਪੜਿਆਂ ਨੂੰ ਧੋਣ ਤੋਂ ਬਾਅਦ ਸਾਬਣ ਸਰਫ, ਫਿਰ ਨਿਚੋੜਨ ਵਾਸਤੇ ਫਿਰ ਵੱਖਰਾ ਹੋਰ ਸਾਫ਼ ਪਾਣੀ ਵਰਤਿਆ ਵੀ ਇਹਦੇ ਵਿੱਚੋਂ ਅਸੀਂ ਸਾਬਣ ਵੀ ਚੰਗੀ ਤਰ੍ਹਾਂ ਕੱਢ ਲਈਏ, ਇਹਦੇ ਵਿੱਚ ਕਿਤੇ ਸਾਬਣ ਸਰਫ ਰਹਿ ਨਾ ਜਾਏ। ਫਿਰ ਅਸੀਂ ਸਾਫ਼ ਪਾਣੀ ਦੀ ਵਰਤੋਂ ਇੱਕ ਵਾਰੀ, ਦੋ ਵਾਰੀ, ਕਈ ਵਾਰ ਤੇ ਤਿੰਨ ਚਾਰ ਵਾਰੀ ਅਸੀਂ ਕੱਪੜੇ ਨੂੰ ਪਾਣੀ ਵਿੱਚੋਂ ਸਾਫ਼ ਚੋਂ ਕੱਢਦੇ ਹਾਂ ਵੀ ਇਹਦੇ ਵਿੱਚੋਂ ਚੰਗੀ ਤਰ੍ਹਾਂ ਸਾਬਣ ਤੇ ਮੈਲ ਨਿਕਲ ਜਾਏ। ਤੇ ਜਿਹੜਾ ਬੰਦਾ ਤਟ ਤੀਰਥ ਉੱਤੇ ਜਾ ਕੇ ਹੰਕਾਰ ਦੇ ਵਿੱਚ ਹੀ ਨਹਾਉਂਦਾ ਫਿਰੇ, ਹੰਕਾਰ ਵਿੱਚ ਹੀ ਇਸ਼ਨਾਨ ਕਰਦਾ ਫਿਰੇ, ਤੇ ਉਹ ਹਾਲਾਤ ਹੈ ਵੀ ਕੱਪੜੇ ਧੋਤੇ ਵੀ, ਪਰ ਧੋਤੇ ਵੀ ਗੰਦਲੇ ਪਾਣੀ ਵਿੱਚ, ਲਾਭ ਕੋਈ ਨਹੀਂ ਹੋਇਆ। ਲੱਥਣਾ ਤੇ ਕੀ ਸੀ, ਸਗੋਂ ਹੋਰ ਮੈਲ ਚੁੱਕ ਲਈ, ਹੋਰ ਭਾਰ ਵਧਾ ਲਿਆ। ਉਹ ਹਾਲਾਤ ਹੈ। ਮੱਲ ਕਹਿੰਦੇ ਤਟਾਂ ਦੇ ਉੱਤੇ, ਤੀਰਥਾਂ ਦੇ ਉੱਤੇ ਜਾਂਦਾ ਤੇ ਹੈ, ਪਰ ਅਹੰਕਾਰੀ ਹੋ ਜਾਂਦਾ ਹੈ। ਹੰਕਾਰੀ ਹੋਇਆ ਬੰਦਾ ਹਉਮੈ ਦੀ ਮੈਲ ਵਿੱਚ ਆਪਣੇ ਮਨ ਨੂੰ ਧੋਂਦਾ ਫਿਰਦਾ ਹੈ, ਤੇ ਹਉਮੈ ਵਿੱਚ ਧੋਤਾ ਹੋਇਆ ਮਨ ਉਹ ਹੋਰ ਜ਼ਿਆਦਾ ਗੰਦਲਾ ਹੋ ਜਾਂਦਾ। ਉਹਨੇ ਸਾਫ਼ ਤੇ ਸੁਥਰਾ ਕੀ ਹੋਣਾ ਸੀ? ਸਗੋਂ ਹਉਮੈ ਦੀ ਮੈਲ ਹੋਰ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਲਾ ਬੈਠਦਾ ਹੈ। ਨਾਲ ਨਾਲ ਆਪਾਂ ਇਤਿਹਾਸਕ ਦਿਨ ਦਾ ਪੱਖ ਵੀ ਸਾਂਝਾ ਕਰਦੇ ਚੱਲੀਏ। ਅੱਜ ਉਹ ਦਿਹਾੜਾ ਹੈ ਜਿਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਇੱਕ ਵੱਖਰੀ ਸ਼ਖਸੀਅਤ, ਜਿੱਥੇ ਹੈ ਗੁਰੂ ਨਾਨਕ ਸਾਹਿਬ ਵੇਲੇ ਤੋਂ ਵੀ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਇਸ ਗੱਲ ਨੂੰ ਅਸੀਂ ਕਹਿ ਸਕਦੇ ਹਾਂ ਵੀ ਨਾ ਤੇ ਅਸੀਂ ਉਦੋਂ ਬਾਦਸ਼ਾਹਾਂ ਦੀ ਗੁਲਾਮੀ ਝੱਲੀ, ਗੁਰੂ ਨਾਨਕ ਸਾਹਿਬ ਵੇਲੇ, ਗੁਰੂ ਅੰਗਦ ਸਾਹਿਬ ਵੇਲੇ, ਉਦੋਂ ਵੀ ਇਨਸਾਫ ਸਾਡਾ ਗੁਰੂ ਨਾਨਕ ਦੇ ਦਰ ਤੇ ਹੁੰਦਾ ਰਿਹਾ। ਉਹਨੂੰ ਜਦੋਂ ਪ੍ਰਤੱਖ ਰੂਪ ਵਿੱਚ ਰੱਖਣ ਦੀ ਬਾਤ ਆਈ ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਬੁੰਗੇ ਦੀ ਸਥਾਪਤੀ ਕਰਦੇ, ਅਕਾਲ ਬੁੰਗੇ ਦੀ ਸਥਾਪਨਾ। ਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਅੱਜ ਆਪਾਂ ਅਕਾਲ ਤਖਤ ਸਾਹਿਬ ਕਹਿੰਦੇ ਆ, ਪਰ ਇਤਿਹਾਸਕ ਜਿਹੜੇ ਪੰਨੇ ਨੇ ਜਾਂ ਇਤਿਹਾਸ ਹੈ, ਉਹ ਅਕਾਲ ਤਖਤ ਸਾਹਿਬ ਨੂੰ ਅਕਾਲ ਬੁੰਗਾ ਕਰਕੇ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ। ਖੈਰ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ, ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਇਤਿਹਾਸਕਾਰਾਂ ਨੇ ਕਈ ਤਰ੍ਹਾਂ ਦੇ ਪੱਖ ਰੱਖੇ। ਜਿਵੇਂ ਸਥਾਪਨਾ ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਡਾਕਟਰ ਸੁਖਦਿਆਲ ਸਿੰਘ ਜਾਂ ਗੁਰਬਿਲਾਸ ਪਾਤਸ਼ਾਹੀ ਛੇਵੀਂ, ਇਹਦੇ ਵਿੱਚ ਉਹ ਸਨ 1606 ਦਾ ਜ਼ਿਕਰ ਕਰਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਵਿੱਚ ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਪਰ ਜਦੋਂ ਆਪਾਂ ਪੜ੍ਹਦੇ ਹਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਹੋਣਾ ਨੂੰ ਜਾਂ ਮਹਾਨ ਕੋਸ਼ ਪੜ੍ਹਦੇ ਹਾਂ ਭਾਈ ਕਾਹਨ ਸਿੰਘ ਨਾਭਾ ਜੀ ਹੋਣਾ ਨੂੰ ਜਾਂ ਕਵੀ ਸੰਤੋਖ ਸਿੰਘ ਜੀ ਹੋਣਾ ਨੂੰ, ਇਹਨਾਂ ਸਾਰਿਆਂ ਨੂੰ ਜਦੋਂ ਪੜ੍ਹਦੇ ਹਾਂ ਤੇ ਇਹ ਸਨ 1608 ਵਿੱਚ ਜ਼ਿਕਰ ਕਰਦੇ ਅਕਾਲ ਬੁੰਗੇ ਦੀ ਸਥਾਪਨਾ ਦਾ। ਆਪਣਾ ਮਕਸਦ ਸਨ ਨਾਲ ਨਹੀਂ ਹੈ, ਆਪਣਾ ਮਕਸਦ ਹੈ ਅਕਾਲ ਬੁੰਗੇ ਦੇ ਨਾਲ, ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਮੈਂ ਪੱਖ ਤਾਂ ਰੱਖੇ ਨੇ ਕਿਉਂਕਿ ਸਨ ਦੇ ਵਿੱਚ ਉਧਰੋਂ ਡਾਕਟਰ ਸੁਖਦਿਆਲ ਸਿੰਘ ਹੁਣਾਂ ਦਾ ਮੰਨਣਾ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਉਸੇ ਸੰਨ ਦੇ ਵਿੱਚ 1606 ਦੇ ਵਿੱਚ ਹੀ ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਕਾਰਨ ਸੀ
ਵੀ ਉਸ ਵਕਤ ਅਸੀਂ ਤੁਹਾਡੇ ਜ਼ੁਲਮ ਨੂੰ ਸਬਰ ਦੇ ਨਾਲ ਬੜੀ ਜ਼ਿਆਦਾ ਪਰਖ ਕੇ ਵੇਖ ਚੁੱਕੇ ਹੈ, ਪਰ ਤੁਸੀਂ ਆਪਣਾ ਜਿਹੜਾ ਜ਼ੁਲਮ ਹੈ ਉਹਨੂੰ ਰੋਕਣ ਦੀ ਬਜਾਏ ਜ਼ੁਲਮ ਜਿਹੜਾ ਉਹਨੂੰ ਹੋਰ ਵਧੇਕ ਕਰ ਰਹੇ ਹੋ। ਕਿਉਂਕਿ ਉਸ ਵਕਤ ਜਹਾਂਗੀਰ ਹੋਣਾ ਦਾ ਮੰਨਣਾ ਸੀ ਵੀ ਜੇ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਜਾਂਦੇ ਨੇ, ਗੁਰੂ ਅਰਜਨ ਸਾਹਿਬ ਨੂੰ ਅਸੀਂ ਮੌਤ ਦੇ ਘਾਟ ਉਤਾਰ ਦਿੰਦੇ ਹਾਂ, ਤੇ ਇਹਨਾਂ ਦੀ ਮੌਤ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਹੋਣਾ ਵੀ ਬੰਦ ਹੋ ਜਾਏਗਾ, ਔਰ ਇਹਨਾਂ ਦੇ ਸਰੀਰਕ ਚੋਲੇ ਤਿਆਗ ਜਾਣ ਤੋਂ ਬਾਅਦ ਵਿੱਚ ਸਿੱਖੀ ਵਾਲੇ ਪਾਸੇ ਨੂੰ ਕਿਸੇ ਆਉਣਾ ਵੀ ਨਹੀਂ। ਬਸ ਇੱਕ ਜਹਾਂਗੀਰ ਦੇ ਮਨ ਦਾ ਭਰਮ ਕਹਿ ਸਕਦੇ ਹਾਂ ਵੀ ਜਿਹੜਾ ਭਰਮ ਹੀ ਰਹਿ ਗਿਆ, ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵਿੱਚ ਸਿੱਖੀ ਦਾ ਪ੍ਰਚਾਰ ਹੋਰ ਜ਼ਿਆਦਾ ਤੇਜ਼ ਗਤੀ ਨਾਲ ਹੋਣ ਲੱਗਾ। ਸਿੱਖੀ ਦਾ ਪ੍ਰਚਾਰ ਵੀ, ਸਿੱਖੀ ਦਾ ਪਸਾਰ ਵੀ ਹਰ ਪਾਸੇ ਬੜੀ ਤੇਜ਼ੀ ਨਾਲ ਹੋਣ ਲੱਗਾ। ਉਹਦੇ ਮਨ ਦਾ ਭਰਮ ਇੱਕ ਭਰਮ ਹੀ ਬਣ ਕੇ ਰਹਿ ਗਿਆ, ਜਿਹੜਾ ਇਹ ਸੋਚੀ ਬੈਠਾ ਸੀ ਵੀ ਸਿੱਖੀ ਗੁਰੂ ਅਰਜਨ ਸਾਹਿਬ ਤੋਂ ਬਾਅਦ ਚ ਮੁੱਕ ਜਾਏਗੀ। ਨਹੀਂ, ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਬੁੰਗਾ ਸਥਾਪਿਤ ਕੀਤਾ। ਖੈਰ, ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਅਕਾਲ ਬੁੰਗੇ ਦੀ ਸਥਾਪਨਾ ਕੀਤੀ, ਤੇ ਅਕਾਲ ਬੁੰਗੇ ਦੀ ਸਥਾਪਨਾ ਦੇ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਨੀਂਹ ਪੱਥਰ ਰੱਖਿਆ, ਤੇ ਆਪਣੇ ਹੱਥੀਂ ਹੀ ਅਕਾਲ ਬੁੰਗੇ ਦੀ ਸਤਿਗੁਰੂ ਪਾਤਸ਼ਾਹ ਜੀ ਉਸਾਰੀ ਦਾ ਜਿਹੜੀ ਉਹ ਸ਼ੁਰੂ ਕਰਵਾਉਂਦੇ। ਫਿਰ ਇਸ ਉਸਾਰੀ ਦੇ ਵਿੱਚ ਕਿਸੇ ਮਿਸਤਰੀ ਦੀ ਵਰਤੋਂ ਨਹੀਂ ਕੀਤੀ ਗਈ, ਕਿਸੇ ਕਾਰੀਗਰ ਦੀ ਵਰਤੋਂ ਨਹੀਂ ਕੀਤੀ ਗਈ। ਇਤਿਹਾਸਕਾਰ ਗਵਾਹੀ ਭਰਦੇ ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ, ਇਹਨਾਂ ਨੇ ਮਿਲ ਕੇ ਸਾਰੀ ਅਕਾਲ ਬੁੰਗੇ ਦੀ ਉਸਾਰੀ ਜਿਹੜੀ ਉਹ ਆਪ ਆਪਣੇ ਹੱਥੀਂ ਕੀਤੀ। ਅਕਾਲ ਬੁੰਗੇ ਦੀ ਜਿੰਨੀ ਉਸਾਰੀ ਹੈ, ਔਰ ਉਸਰਦਾ ਹੋਇਆ ਅਕਾਲ ਬੁੰਗਾ, ਉਸਰਦਾ ਹੋਇਆ ਉਹ ਸਾਰੇ ਦਾ ਸਾਰੀ ਇਮਾਰਤ ਜਿਹੜੀ ਹੈ ਉਸ ਵਕਤ ਕਹਿ ਲਓ ਜਹਾਂਗੀਰ ਦੀਆਂ ਅੱਖਾਂ ਦੇ ਵਿੱਚ ਜਾਂ ਸ਼ਾਹਜਹਾਂ ਦੀਆਂ ਅੱਖਾਂ ਵਿੱਚ, ਜੇ ਸੌਖੇ ਲਫ਼ਜ਼ਾਂ 'ਚ ਕਹਿ ਲਈਏ ਤੇ ਦਿੱਲੀ ਦੇ ਤਖਤ ਦੀਆਂ ਅੱਖਾਂ ਦੇ ਵਿੱਚ ਅਕਾਲ ਦਾ ਤਖਤ ਜਿਹੜਾ ਉਹ ਉਸੇ ਵਕਤ ਤੋਂ ਰੜਕਦਾ ਰਿਹਾ ਵੀ ਇਹ ਅਜੇ ਤੱਕ ਤੇ ਸਿਰਫ ਇਹ ਕਹਿੰਦੇ ਸਨ ਸਾਡੀ ਵੱਖਰੀ ਹੋਂਦ ਹੈ, ਸਾਡੀ ਵੱਖਰੀ ਸ਼ਖਸੀਅਤ ਹੈ, ਪਰ ਅੱਜ ਇਹਨਾਂ ਨੇ ਆਪਣੀ ਹੋਂਦ ਵੱਖਰੀ ਹੋਣ ਦੇ ਨਾਲ ਨਾਲ ਇਹਨਾਂ ਨੇ ਆਪਣਾ ਅਸਥਾਨ ਜਿਹੜਾ ਇਨਸਾਫ ਵਾਲਾ ਉਹ ਵੀ ਵੱਖਰਾ ਸਥਾਪਿਤ ਕੀਤਾ ਹੈ, ਤੇ ਇਹਨਾਂ ਨੇ ਆਪਣਾ ਰਾਜ ਤਖਤ ਵੱਖਰਾ ਸਥਾਪਿਤ ਕੀਤਾ ਹੈ। ਤੇ ਜਿਹੜਾ ਇਸ ਵਕਤ ਸਾਡੇ ਤਖਤ ਨੂੰ ਚੁਣੌਤੀ ਦੇ ਰਿਹਾ, ਇਹ ਸਿਰਫ ਉਹਨਾਂ ਦੀ ਸੋਚ ਸੀ, ਕਿਉਂਕਿ ਅਕਾਲ ਦੇ ਤਖਤ ਨੇ ਕਿਸੇ ਨੂੰ ਚੁਣੌਤੀ ਨਹੀਂ ਦਿੱਤੀ, ਨਾ ਹੀ ਅਕਾਲ ਦਾ ਤਖਤ ਜਿਹੜਾ ਉਹ ਕਿਸੇ ਨੂੰ ਨੀਵਾਂ ਜਾਂ ਉੱਚਾ ਵਿਖਾਉਣ ਵਾਸਤੇ ਸੀ। ਅਕਾਲ ਤਖਤ ਅਕਾਲ ਬੁੰਗੇ ਦੀ ਸਥਾਪਨਾ ਤੇ ਇਹ ਸੀ ਵੀ ਜਿਹਦੇ ਕਿਤੇ ਵੀ ਸੁਣਵਾਈ ਨਾ ਹੋਵੇ, ਉਹਦੀ ਸੁਣਵਾਈ ਇੱਥੇ ਹੋਏਗੀ। ਜਿਹਨੂੰ ਇਨਸਾਫ ਸੰਸਾਰ ਦੇ ਵਿੱਚੋਂ ਕਿਤੋਂ ਨਾ ਮਿਲੇ, ਉਹਨੂੰ ਇਨਸਾਫ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੋਂ ਮਿਲੇਗਾ। ਜਿਹਦੀ ਸਹਾਇਤਾ ਸੰਸਾਰ ਵਿੱਚ ਕੋਈ ਨਹੀਂ ਕਰੇਗਾ, ਉਹਦੀ ਸਹਾਇਤਾ ਇੱਥੇ ਕੀਤੀ ਜਾਏਗੀ। ਤੇ ਉਸ ਵਕਤ ਜਦੋਂ ਅਕਾਲ ਬੁੰਗੇ ਦੀ ਸਥਾਪਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਕਰਦੇ ਨੇ, ਤੇ ਉਦੋਂ ਮਾਲਕ ਪਾਤਸ਼ਾਹ ਨੇ ਸਿੱਖਾਂ ਨੂੰ ਇੱਕ ਹੁਕਮਨਾਮੇ ਵੀ ਦਿੱਤੇ, ਤੇ ਉਹਨਾਂ ਹੁਕਮਨਾਮਿਆਂ ਵਿੱਚ ਮਾਲਕ ਪਾਤਸ਼ਾਹ ਨੇ ਘੋੜੇ ਅਰਪਣ ਕਰਨ ਦੇ ਲਈ, ਆਪਣੀਆਂ ਜਵਾਨੀਆਂ ਅਰਪਣ ਕਰਨ ਦੇ ਲਈ, ਔਰ ਆਪਣੇ ਸ਼ਸਤਰ ਅਰਪਣ ਕਰਨ ਦੇ ਲਈ ਸਤਿਗੁਰੂ ਜੀ ਨੇ ਸ਼ਸਤਰਧਾਰੀ ਹੋ ਕੇ ਸ਼ਸਤਰ ਅਰਪਣ ਕਰਨ ਦਾ ਸਾਹਿਬ ਪਾਤਸ਼ਾਹ ਹੁਕਮਨਾਮਾ ਦਿੰਦੇ। ਤੇ ਉਸ ਵਕਤ ਕਹਿ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ, ਘੋੜੇ ਅਰਪਣ ਕਰਨੇ, ਸ਼ਸਤਰ ਅਰਪਣ ਕਰਨੇ, ਸ਼ਸਤਰਧਾਰੀ ਬਣਨਾ, ਇੱਕ ਸਿੱਧੇ ਤੌਰ ਦੇ ਉੱਤੇ ਚੁਣੌਤੀ ਸੀ ਉਸ ਵਕਤ ਦੇ ਬਾਦਸ਼ਾਹਾਂ ਨੂੰ ਵੀ ਪਹਿਲੋਂ ਤੇ ਅਸੀਂ ਤੁਹਾਡਾ ਜ਼ਬਰ, ਤੁਹਾਡਾ ਜ਼ੁਲਮ ਸਬਰ ਦੇ ਨਾਲ ਪਰਖਦੇ ਰਹੇ ਹਾਂ, ਤੇ ਉਹਦਾ ਮੁਕਾਬਲਾ ਅਸੀਂ ਸਬਰ ਨਾਲ ਕਰਦੇ ਰਹੇ ਹਾਂ, ਪਰ ਸਬਰ ਕਿੰਨਾ ਕੁ ਚਿਰ ਕਰਾਂਗੇ। ਹੁਣ ਅਸੀਂ ਤੁਹਾਡੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਆਪ ਖੁਦ ਤਿਆਰ ਬਰ ਤਿਆਰ ਹਾਂ। ਜੇ ਤੁਸੀਂ ਸਾਡੇ ਉੱਤੇ ਸ਼ਸਤਰ ਲੈ ਕੇ ਆਓਗੇ ਤੇ ਅਸੀਂ ਵੀ ਹੁਣ ਸਬਰ ਨਾਲ ਨਹੀਂ ਬਹਿਣਾ, ਅਸੀਂ ਵੀ ਤੁਹਾਡਾ ਮੁਕਾਬਲਾ ਜਿਹੜਾ ਉਹ ਸ਼ਸਤਰਾਂ ਨਾਲ ਹੀ ਕਰਾਂਗੇ। ਜੇ ਤੁਹਾਡੇ ਤਖਤ ਦੇ ਉੱਤੋਂ ਹੁਕਮ ਹੋ ਸਕਦੇ ਨੇ ਸਾਡੇ ਉੱਤੇ ਹਮਲਾ ਕਰਨ ਦੇ ਲਈ, ਤੇ ਫਿਰ ਅਸੀਂ ਆਪਣਾ ਤਖਤ ਸਿਰਜਿਆ ਹੈ ਤੁਹਾਡਾ ਮੁਕਾਬਲਾ ਕਰਨ ਦੇ ਵਾਸਤੇ। ਇਹ ਤਖਤ ਜਿਹੜਾ ਹੈ ਇਹ ਗਰੀਬਾਂ ਤੇ ਮਜ਼ਲੂਮਾਂ ਦੀ ਰਾਖੀ ਵਾਸਤੇ ਹੈ। ਇਹ ਤਖਤ ਜਿਹੜਾ ਹੈ ਇਸ ਕਰਕੇ ਬੁੰਗਾ ਤਿਆਰ ਕੀਤਾ ਗਿਆ ਵੀ ਇੱਥੇ ਕੋਈ ਗਰੀਬ ਆਏ, ਕੋਈ ਲੋੜਵੰਦ ਆਏ, ਕੋਈ ਜ਼ਰੂਰਤਮੰਦ ਆਏ, ਉਹਦੀ ਆਏ ਦੀ ਲਾਜ ਵੀ ਰੱਖੀ ਜਾਏਗੀ, ਉਹਦੇ ਆਏ ਦੀ ਪੱਤ ਢੱਕੀ ਵੀ ਜਾਏਗੀ, ਤੇ ਜੇ ਕੋਈ ਫਰਿਆਦ ਲੈ ਕੇ ਆਏਗਾ ਤੇ ਉਹਦੀ ਫਰਿਆਦ ਸੁਣੀ ਵੀ ਜਾਏਗੀ। ਇਸ ਤਰੀਕੇ ਕੇਵਲ ਜਿਹੜਾ ਅਕਾਲ ਬੁੰਗਾ, ਫਿਰ ਮਾਲਕ ਪਾਤਸ਼ਾਹ ਜੀ ਦਾ ਆਪਣੇ ਸੀਸ ਉੱਤੇ ਕਲਗੀ ਲਾ ਕੇ ਬੈਠਣਾ, ਆਪਣੇ ਸੀਸ ਉੱਤੇ ਸੁੰਦਰ ਦਸਤਾਰ ਸਜਾ ਕੇ ਔਰ ਹੀਰੇ ਜੜੀਆਂ ਕਲਗੀ ਆਪਣੇ ਸੀਸ ਉੱਤੇ ਸਜਾ ਕੇ ਬਹਿਣਾ, ਇਹ ਸਾਰੀ ਉਸ ਵਕਤ ਬਾਦਸ਼ਾਹਾਂ ਦੇ ਸਾਹਮਣੇ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਵੱਖਰੀ ਹੋਂਦ ਪ੍ਰਗਟਾ ਰਹੀ ਹੈ
ਵੀ ਇਹ ਸਾਨੂੰ ਬਾਦਸ਼ਾਹ ਨਹੀਂ ਮੰਨਣਗੇ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਬਾਦਸ਼ਾਹ ਰੂਪ ਬਣ ਕੇ ਅਕਾਲ ਬੁੰਗੇ ਦੇ ਉੱਤੇ ਆਪ ਬਿਰਾਜਮਾਨ। ਇਤਿਹਾਸਕਾਰਾਂ ਤੇ ਇੱਥੋਂ ਤੱਕ ਜ਼ਿਕਰ ਕੀਤਾ ਵੀ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੀ ਬਾਤ ਆਉਂਦੀ ਨਾ, ਗੁਰਤਾ ਗੱਦੀ ਨੂੰ ਸੰਭਾਲਣ ਦੀ ਬਾਤ ਆਉਂਦੀ, ਤੇ ਅਕਾਲ ਬੁੰਗੇ ਦੀ ਸਥਾਪਨਾ ਤੋਂ ਬਾਅਦ ਵਿੱਚ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੀ ਜਿਹੜੀ ਰਸਮ ਹੈ ਉਹ ਅਦਾ ਕਰਵਾਉਂਦਿਆਂ ਹੋਇਆਂ ਆਪ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੁੰਦੇ। ਤੇ ਬਿਰਾਜਮਾਨ ਹੋਣ ਸਮੇਂ ਸਤਿਗੁਰੂ ਜੀ ਆਪਣੇ ਸੀਸ ਉੱਤੇ ਸੁੰਦਰ ਦਸਤਾਰ ਸਜਾ ਕੇ ਤੇ ਆਪਣੇ ਸੀਸ ਉੱਤੇ ਉਸੇ ਵਕਤ ਸਾਹਿਬ ਜੀ ਹੀਰਿਆਂ ਜਿਹੜੀ ਕਲਗੀ ਲਾਉਂਦੇ ਨੇ, ਸੋਹਣੇ ਹੀਰੇ ਜਵਾਹਰਾਤ ਜਿਵੇਂ ਬਾਦਸ਼ਾਹ ਆਪਣੇ ਗਲਾਂ ਵਿੱਚ ਗਹਿਣੇ ਰੂਪ ਵਜੋਂ ਪਾਉਂਦੇ, ਉਸੇ ਤਰ੍ਹਾਂ ਮਤਲਬ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਸ ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਲੱਗਿਆਂ ਮਾਲਕ ਪਾਤਸ਼ਾਹ ਜੀ ਆਪ ਇੱਕ ਬਾਦਸ਼ਾਹ ਰੂਪ ਵਜੋਂ ਬਣ ਕੇ ਫਿਰ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੁੰਦੇ ਤੇ ਗੁਰਤਾ ਗੱਦੀ ਦੀ ਰਸਮ ਅਦਾ ਕੀਤੀ ਜਾਂਦੀ। ਖੈਰ, ਅਕਾਲ ਬੁੰਗੇ ਦੀ ਸਥਾਪਨਾ ਹੋਈ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਕੀਤੀ। ਉਹਦੀ ਸੰਪੂਰਨਤਾ ਤੋਂ ਬਾਅਦ ਵਿੱਚ ਇੱਕ ਵੱਖਰਾ ਅਸਥਾਨ ਬਣਿਆ। ਉਹ ਅਸਥਾਨ ਜਿਹੜਾ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ, ਜਿੱਥੇ ਜਦੋਂ ਸਵੇਰ ਹੋਣੀ, ਅੰਮ੍ਰਿਤ ਵੇਲਾ ਹੋਣਾ ਤੇ ਆਸਾ ਕੀ ਵਾਰ ਦੀ ਬਾਣੀ ਤੇ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਹਰਮੰਦਰ ਸਾਹਿਬ ਅੰਦਰ ਹੋਣਾ। ਪਰ ਉਦੋਂ ਬਾਅਦ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਬੁੰਗੇ ਉੱਤੇ ਆ ਕੇ ਬੈਠ ਜਾਣਾ। ਉੱਥੇ ਆ ਕੇ ਮਾਲਕ ਪਾਤਸ਼ਾਹ ਨੇ ਸੁਸ਼ੋਭਿਤ ਹੋ ਕੇ ਜਿਹੜੇ ਦੁਖੀਏ ਨੇ, ਫਰਿਆਦੀਏ ਨੇ, ਉਹਨਾਂ ਦਾ ਦੁੱਖ, ਉਹਨਾਂ ਦੀ ਫਰਿਆਦ ਨੂੰ ਸੁਣਨਾ। ਜਿੱਥੇ ਉਹਨਾਂ ਦੇ ਦੁੱਖ ਤੇ ਫਰਿਆਦ ਨੂੰ ਸੁਣਨਾ, ਉੱਥੇ ਇਨਸਾਫ ਵੀ ਉਹਨਾਂ ਨਾਲ ਕਰਨਾ। ਤੇ ਉਹਦੇ ਨਾਲ ਨਾਲ ਉਸ ਥਾਂ ਦੇ ਉੱਤੇ ਆ ਕੇ ਫਿਰ ਢਾਡੀਆਂ ਨੇ ਢਾਡੀ ਵਾਰਾਂ, ਵੀਰ ਰਸੀ ਵਾਰਾਂ ਗਾਉਣੀਆਂ, ਜਿਹੜੀਆਂ ਸਿੱਖਾਂ ਦੇ ਅੰਦਰ ਜੋਸ਼ ਪੈਦਾ ਕਰਦੀਆਂ ਸਨ, ਜਿਹੜੀਆਂ ਉਸ ਵਕਤ ਇਉਂ ਕਹਿ ਲਓ ਵੀ ਜਿਹੜੇ ਲੋਕ ਆਪਣੇ ਲਹੂ ਨੂੰ ਚਿੱਟਾ ਕਰ ਚੁੱਕੇ ਸਨ ਜਾਂ ਜਿਨ੍ਹਾਂ ਦਾ ਲਹੂ ਠੰਡਾ ਪੈ ਚੁੱਕਾ ਸੀ, ਉਹਨਾਂ ਦੇ ਲਹੂ ਨੂੰ ਤਤਿਆਂ ਕਰਨ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਫਿਰ ਉੱਥੇ ਢਾਡੀਆਂ ਦੇ ਰਾਹੀਂ ਵਾਰਾਂ ਜਿਹੜੀਆਂ ਉਹ ਗਵਾਈਆਂ ਜਾਂਦੀਆਂ ਤੇ ਢਾਡੀ ਵੀਰ ਰਸੀ ਵਾਰਾਂ ਗਾਉਂਦੇ ਹੋਏ ਉਹ ਜਿਹੜੇ ਲਹੂ ਉਸ ਵਕਤ ਲੋਕਾਂ ਦੇ ਠੰਡੇ ਹੋ ਚੁੱਕੇ ਸਨ, ਉਹਨਾਂ ਲਹੂਆਂ ਨੂੰ ਮੁੜ ਤਤਿਆਂ ਕਰਦੇ, ਤਾਂ ਜੋ ਜਦੋਂ ਜ਼ਰੂਰਤ ਪਵੇ, ਜਦੋਂ ਲੋੜ ਪਵੇ ਤੇ ਉਦੋਂ ਅਸੀਂ ਆਪਣੇ ਹੱਕਾਂ ਦੀ ਆਵਾਜ਼ ਚੁੱਕ ਸਕੀਏ, ਆਪਣੇ ਹੱਕਾਂ ਵਾਸਤੇ ਲੜ ਸਕੀਏ ਤੇ ਆਪਣੇ ਹੱਕਾਂ ਦੇ ਵਾਸਤੇ ਅਸੀਂ ਆਪਣਾ ਆਪਾ ਖੜਿਆਂ ਕਰ ਸਕੀਏ ਤੇ ਤਾਂ ਜੋ ਅਸੀਂ ਆਪਣੇ ਬਣਦੇ ਹੱਕ ਲੈ ਸਕੀਏ। ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਅਕਾਲ ਬੁੰਗੇ ਦੀ ਸਿਰਜਣਾ ਕਰਕੇ ਜਿੱਥੇ ਬਾਣੇ ਦੀ ਬਾਤ ਕੀਤੀ, ਕਿਉਂਕਿ ਬਾਣੀ ਜਿਹੜੀ ਹਰਮੰਦਰ ਸਾਹਿਬ ਤੇ ਬਾਣੇ ਦਾ ਪ੍ਰਤੀਕ ਹੈ ਅਕਾਲ ਤਖਤ ਸਾਹਿਬ, ਸਿਪਾਹੀ ਦਾ ਪ੍ਰਤੀਕ ਹੈ ਅਕਾਲ ਤਖਤ ਸਾਹਿਬ ਤੇ ਸੰਤ ਦਾ ਪ੍ਰਤੀਕ ਹੈ ਹਰਮੰਦਰ ਸਾਹਿਬ। ਇਹ ਦੋਵੇਂ ਚੀਜ਼ਾਂ, ਹਰਮੰਦਰ ਸਾਨੂੰ ਪਹਿਲੋਂ ਹੈ, ਅਕਾਲ ਤਖਤ ਸਾਹਿਬ ਦੀ ਸਿਰਜਣਾ ਬਾਅਦ ਵਿੱਚ ਹੁੰਦੀ। ਬਾਣੀ ਪਹਿਲੋਂ ਹੈ, ਬਾਣਾ ਜਿਹੜਾ ਹੈ ਜਾਂ ਸਿਪਾਹੀ ਰੂਪ ਬਾਅਦ ਵਿੱਚ ਹੈ, ਸੰਤ ਅਸੀਂ ਪਹਿਲਾਂ ਹਾਂ। ਸੁਭਾਵ ਸਾਡਾ ਸੰਤ ਰੂਪ ਹੈ, ਪਰ ਇਹ ਨਹੀਂ ਵੀ ਅਸੀਂ ਬਿਲਕੁਲ ਹੀ ਸ਼ਾਂਤ ਹਾਂ। ਫਿਰ ਸਤਿਗੁਰੂ ਨੇ ਸਾਨੂੰ ਸਿਪਾਹੀ ਰੂਪ ਵੀ ਦਿੱਤਾ ਵੀ ਅਸੀਂ ਸੰਤ ਬਣ ਕੇ ਇੰਨੇ ਕੁ ਠੰਡੇ ਹਾਂ ਵੀ ਚਾਹੇ ਕੋਈ ਸਾਨੂੰ ਵੱਢ ਵੀ ਜਾਏ ਅਸੀਂ ਪਰਵਾਹ ਨਹੀਂ ਕੀਤੀ, ਪਰ ਜੇ ਵੱਢਣ ਤੋਂ ਬਾਅਦ ਚ ਵੀ ਅਗਲਾ ਸਾਨੂੰ ਮਸਲਣ ਦੀ ਕੋਸ਼ਿਸ਼ ਕਰੇ ਤੇ ਫਿਰ ਉਦੋਂ ਬਾਅਦ ਚ ਅਸੀਂ ਸਿਪਾਹੀ ਵੀ ਇੰਨੇ ਵੱਡੇ ਹਾਂ ਕਿ ਅਸੀਂ ਫਿਰ ਬਾਦਸ਼ਾਹਾਂ ਦੇ ਨਾਲ ਵੀ ਮੱਥਾ ਲਾ ਕੇ ਬਹਿ ਜਾਂਦੇ ਹਾਂ। ਫਿਰ ਬਾਦਸ਼ਾਹਾਂ ਦੇ ਮੱਥੇ ਸਾਨੂੰ ਪਾੜਨੇ ਵੀ ਆਉਂਦੇ ਨੇ, ਚੜ ਕੇ ਆਇਆਂ ਦੇ ਮੂੰਹ ਮੋੜਨੇ ਵੀ ਆਉਂਦੇ ਨੇ ਤੇ ਚੜ ਕੇ ਆਇਆਂ ਨੂੰ ਸਦਾ ਦੀ ਨੀਂਦ ਸਾਨੂੰ ਸਵਾਉਣਾ ਵੀ ਆਉਂਦਾ। ਇਹ ਦੋਵੇਂ ਚੀਜ਼ਾਂ ਬਾਣੇ ਦਾ ਸੰਤ ਔਰ ਸਿਪਾਹੀ ਦਾ, ਭਗਤੀ ਔਰ ਸ਼ਕਤੀ ਦਾ ਪ੍ਰਤੀਕ ਨੇ ਮੀਰੀ ਔਰ ਪੀਰੀ। ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ, ਉਹਨਾਂ ਦੇ ਸਾਹਮਣੇ ਲੱਗੇ ਹੋਏ ਦੋ ਨਿਸ਼ਾਨ, ਉਹ ਨਿਸ਼ਾਨ ਜਿਨ੍ਹਾਂ ਨੂੰ ਮੀਰੀ ਔਰ ਪੀਰੀ ਦੇ ਨਿਸ਼ਾਨ ਵਜੋਂ ਜਾਣਿਆ ਜਾਂਦਾ ਹੈ, ਉਹ ਵੀ ਇਸੇ ਗੱਲ ਦੇ ਪ੍ਰਤੀਕ। ਔਰ ਕਦੇ ਖਿਆਲ ਕਰੋ ਹਰਮੰਦਰ ਸਾਹਿਬ ਵਾਲੇ ਪਾਸੇ ਲੱਗਿਆ ਨਿਸ਼ਾਨ ਉੱਚਾ ਹੈ, ਅਕਾਲ ਤਖਤ ਸਾਹਿਬ ਵੱਲ ਲੱਗਿਆ ਨਿਸ਼ਾਨ ਸਾਹਿਬ ਜਿਹੜਾ ਉਹ ਨੀਵਾਂ ਹੈ। ਇਹਨਾਂ ਦੋਵਾਂ ਦੇ ਵਿੱਚ ਫਰਕ ਵੀ ਕੇਵਲ 1 ਫੁੱਟ ਦਾ ਹੈ। ਨਿਸ਼ਾਨ ਸਾਹਿਬ ਦੇ ਅੰਦਰ ਜਿਹੜੀ ਉਹਨਾਂ ਦੀ ਉਚਾਈ ਦਾ ਫਰਕ ਹੈ, ਬਸ ਇਉਂ ਕਹਿ ਲਓ। ਉਦੋਂ ਵੀ ਮਾਲਕ ਪਾਤਸ਼ਾਹ ਜੀ ਦਰਸਾਉਂਦਿਆਂ ਇਹ ਆਖਰੇ ਕਿ ਤੁਹਾਡਾ ਧਰਮ ਹਮੇਸ਼ਾ ਰਾਜਨੀਤੀ ਤੇ ਭਾਰੂ ਹੋਣਾ ਚਾਹੀਦਾ ਹੈ, ਨਾ ਕਿ ਤੁਹਾਡੀ ਰਾਜਨੀਤੀ ਧਰਮ ਉੱਤੇ ਭਾਰੂ ਹੋ ਜਾਏ। ਜਦੋਂ ਧਰਮ ਰਾਜਨੀਤੀ ਵਿੱਚ ਹੋਏਗਾ ਤੇ ਖਿਆਲ ਰੱਖੋ ਰਾਜਨੀਤੀ ਕਦੇ ਮਾੜੀ ਨਹੀਂ ਹੋਏਗੀ, ਪਰ ਜਦੋਂ ਧਰਮ ਵਿੱਚ ਰਾਜਨੀਤੀ ਮਾੜੀ ਆ ਗਈ ਤੁਸੀਂ ਧਰਮ ਨੂੰ ਵੀ ਮਲੀਆ ਮੇਟ ਕਰਕੇ ਰੱਖ ਦੋਗੇ, ਆਪਣੀ ਰਾਜਨੀਤੀ ਦਾ ਵੀ ਬੇੜਾ ਗਰਕ ਕਰਕੇ ਰੱਖ ਲਓ। ਸ਼ਾਇਦ ਕਹਿ ਸਕਦੇ ਆ ਕਿਤੇ ਨਾ ਕਿਤੇ ਜਦੋਂ ਧਰਮ ਵਿੱਚ ਰਾਜਨੀਤੀ ਵੜੀ ਨਾ ਤੇ ਉਸ ਰਾਜਨੀਤੀ ਨੇ ਸਾਨੂੰ ਧਰਮ ਤੋਂ ਵੀ ਦੂਰ ਕਰ ਦਿੱਤਾ। ਅਸੀਂ ਧਰਮ ਵਿੱਚ ਵੀ ਬਹੁਤਾ ਹੁਣ ਵਿਸ਼ਵਾਸ ਤੇ ਪ੍ਰੇਮ ਨਹੀਂ ਰੱਖ ਸਕੇ, ਰਾਜਨੀਤੀ ਦਾ ਹਾਲ ਤੇ ਅਸੀਂ ਆਪਣਾ ਬੇੜਾ ਗਰਕ ਆਪੇ
ਕਰ ਚੁੱਕੇ ਹਾਂ। ਕਿਉਂਕਿ ਵੇਖੋ ਸਾਹਿਬ ਜੀ ਦੀ ਇਮਾਰਤ ਨੂੰ ਬਣਾਉਣ ਦਾ ਢੰਗ, ਮਾਲਕ ਪਾਤਸ਼ਾਹ ਜੀ ਦਾ ਅਕਾਲ ਬੁੰਗੇ ਨੂੰ ਸਥਾਪਿਤ ਕਰਨ ਦਾ ਢੰਗ, ਹਰਮੰਦਰ ਸਾਹਿਬ ਵਿੱਚ ਜਾਵਾਂਗੇ, ਦਰਸ਼ਨ ਕਰਾਂਗੇ ਹਰਮੰਦਰ ਸਾਹਿਬ ਦੇ ਅੰਦਰ ਬੈਠਿਆਂ ਅਕਾਲ ਬੁੰਗੇ ਦੇ ਦਰਸ਼ਨ ਨਹੀਂ ਹੁੰਦੇ। ਪਰ ਜਦੋਂ ਅਸੀਂ ਅਕਾਲ ਬੁੰਗੇ ਦੀ ਇਮਾਰਤ ਉੱਤੇ ਜਾਂਦੇ ਆ ਤੇ ਉੱਥੇ ਬੈਠਿਆਂ ਸਾਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਤੇ ਦੀਦਾਰ ਵੀ ਹੁੰਦੇ। ਇਹ ਵੀ ਇੱਕ ਬੜੀ ਵੱਡੀ ਦੂਰ ਅੰਦੇਸ਼ੀ ਹੈ ਵੀ ਜਦੋਂ ਅਸੀਂ ਧਰਮ ਵਿੱਚ ਹੋਈਏ ਉਦੋਂ ਰਾਜਨੀਤੀ ਇੱਕ ਪਾਸੇ ਹੈ, ਪਰ ਜਦੋਂ ਅਸੀਂ ਰਾਜਨੀਤੀ ਵਿੱਚ ਹੋਈਏ ਉਦੋਂ ਸਾਨੂੰ ਧਰਮ ਜ਼ਰੂਰ ਚੇਤੇ ਹੋਣਾ ਚਾਹੀਦਾ। ਜਦੋਂ ਰਾਜਨੀਤੀ ਕਰਦੇ ਆ ਧਰਮ ਚੇਤੇ ਹੋਏਗਾ, ਅਸੀਂ ਕਿਸੇ ਨਾਲ ਨਾ ਇਨਸਾਫੀ ਨਹੀਂ ਕਰਾਂਗੇ। ਪਰ ਜਦੋਂ ਧਰਮ ਵਿੱਚ ਜਾਈਏ ਉਦੋਂ ਕੋਈ ਰਾਜਨੀਤੀ ਨਹੀਂ, ਉਦੋਂ ਸਿਰਫ ਧਰਮੀ ਹੋਈਏ, ਇੰਨੇ ਕੁ ਧਰਮੀ ਹੋਈਏ ਵੀ ਰਾਜਨੀਤੀ ਅਸੀਂ ਇੱਕ ਪਾਸੇ ਹੀ ਕਰਕੇ ਰੱਖ ਦਿੱਤੀ ਹੈ। ਇਸੇ ਚੀਜ਼ਾਂ ਦਾ ਪ੍ਰਤੀਕ ਹੈ ਅਕਾਲ ਬੁੰਗਾ, ਉਹ ਤਖਤ ਜਿਹਨੂੰ ਅਸੀਂ ਅਕਾਲ ਤਖਤ ਸਾਹਿਬ ਕਹਿ ਕੇ ਨਿਵਾਜਦੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੀ ਝੋਲੀ ਵਿੱਚ ਉਹ ਤਖਤ ਪਾਇਆ। ਇਉਂ ਕਹਿ ਲੋ ਕਿ ਸਾਨੂੰ ਦਿੱਲੀ ਦੇ ਤਖਤ ਉੱਤੇ ਜਾ ਕੇ ਫਰਿਆਦ ਕਰਨ ਦੀ ਲੋੜ ਨਹੀਂ। ਜੇ ਅਸੀਂ ਫਰਿਆਦ ਕਰਨੀ ਤੇ ਸਾਡੀ ਫਰਿਆਦ ਅਕਾਲ ਤਖਤ ਉੱਤੇ ਸੁਣੀ ਜਾਏਗੀ। ਇਸੇ ਕਰਕੇ ਕਿਉਂਕਿ ਨਾ ਤੇ ਅਸੀਂ ਬਾਦਸ਼ਾਹਾਂ ਦੀ ਗੁਲਾਮੀ, ਦਿੱਲੀ ਦੇ ਤਖਤ ਉੱਤੇ ਬਹਿਣ ਵਾਲੇ ਦੀ ਗੁਲਾਮੀ ਸਿੱਖ ਨਹੀਂ ਕਰ ਸਕਦਾ, ਨਾ ਦਿੱਲੀ ਦੇ ਤਖਤ ਦੀ ਗੁਲਾਮੀ ਕਰ ਸਕਦਾ, ਨਾ ਦਿੱਲੀ ਦੀ ਗੁਲਾਮੀ ਕਰ ਸਕਦਾ। ਅਸੀਂ ਅਕਾਲ ਦੇ ਪੁਜਾਰੀ ਆ ਤੇ ਅਸੀਂ ਅਕਾਲ ਦੇ ਗੁਲਾਮ ਆ। ਅਕਾਲ ਤੋਂ ਬਿਨਾ ਨਾ ਅਸੀਂ ਕਿਸੇ ਦੀ ਗੁਲਾਮੀ ਕੀਤੀ ਤੇ ਨਾ ਕਰਨੀ। ਆਪਣੇ ਗਲ ਵਿੱਚੋਂ ਗੁਲਾਮੀ ਦਾ ਜੂੜਾ ਲਾਉਣ ਵਾਸਤੇ ਸਾਨੂੰ ਆਪਣਾ ਆਪਾ ਵਾਰਨਾ ਕਿਉਂ ਨਾ ਪਵੇ, ਅਸੀਂ ਉਹ ਵੀ ਵਾਰ ਜਾਾਂਗੇ। ਪਰ ਅਸੀਂ ਨਾ ਤੇ ਦਿੱਲੀ ਦੇ ਤਖਤ ਦੀ ਗੁਲਾਮੀ ਕਰਾਂਗੇ, ਨਾ ਦਿੱਲੀ ਦੀ ਗੁਲਾਮੀ ਕਰਾਂਗੇ, ਕਿਉਂਕਿ ਸਾਡੇ ਗੁਰੂ ਨੇ ਸਾਡੀ ਝੋਲੀ 'ਚ ਅਕਾਲ ਤਖਤ ਪਾਇਆ ਹੈ। ਇਸੇ ਚੀਜ਼ਾਂ ਦਾ ਪ੍ਰਤੀਕ ਉਹ ਬੁੰਗਾ, ਉਹ ਇਮਾਰਤ ਜਿਹੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੀ ਝੋਲੀ 'ਚ ਪਾਈ। ਫਿਰ ਉਹਦੇ ਨਜ਼ਦੀਕ ਬਾਬਾ ਬੁੱਢਾ ਜੀ ਦੇ ਕਹਿਣ ਉੱਤੇ ਅਕਾਲਸਰ ਸਰੋਵਰ ਜਿਹੜਾ ਉਹ ਬਣਾਇਆ ਗਿਆ, ਉਹ ਤਿਆਰ ਕਰਵਾਇਆ ਗਿਆ। ਫਿਰ ਤਾਂ ਜੋ ਜਿਹੜਾ ਉੱਥੇ ਜਲ ਵਰਤਿਆ ਜਾਂਦਾ ਜਾਂ ਲੰਗਰਾਂ ਦੇ ਵਿੱਚ ਜਲ ਵਰਤਿਆ ਜਾਣਾ, ਉਹ ਸਾਰਾ ਅਕਾਲਸਰ ਸਰੋਵਰ ਤੋਂ ਆਉਣਾ। ਵੀ ਜਿਹੜਾ ਅੰਮ੍ਰਿਤਸਰ ਸਰੋਵਰ ਦਾ ਜਲ ਹੈ ਉਹਦੀ ਪਾਕਤਾ, ਉਹਦੀ ਪਵਿੱਤਰਤਾ ਉਸੇ ਤਰ੍ਹਾਂ ਬਰਕਰਾਰ। ਪਰ ਜਦੋਂ ਉੱਥੇ ਲੰਗਰਾਂ ਦੇ ਵਿੱਚ ਜਲ ਵਰਤਣ ਦੀ ਵਾਰੀ ਆਉਣੀ ਜਾਂ ਕਿਸੇ ਹੋਰ ਥਾਂ ਉੱਤੇ ਜਲ ਦੀ ਵਰਤੋਂ ਦੀ ਵਾਰੀ ਆਉਣੀ ਤੇ ਉਦੋਂ ਅਕਾਲਸਰ ਸਰੋਵਰ ਜਿਹੜਾ ਬਾਬਾ ਬੁੱਢਾ ਜੀ ਦੇ ਕਹਿਣ ਉੱਤੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਤਿਆਰ ਕਰਵਾਇਆ ਜਾਂਦਾ, ਉਹਦੀ ਸਿਰਜਣਾ ਫਿਰ ਕੀਤੀ ਜਾਂਦੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਨਵੇਕਲੀ ਪਹਿਚਾਣ ਦੇ ਕੇ ਨਿਵਾਜਿਆ। ਇੱਕੋ ਬੇਨਤੀ ਕਰਕੇ ਤੇ ਮੈਂ ਸ਼ਬਦ ਵਾਲੇ ਪਾਸੇ ਆ ਜਾਣਾ। ਸਤਿਗੁਰੂ ਜੀ ਨੇ ਸਾਨੂੰ ਦੋਵੇਂ ਚੀਜ਼ਾਂ ਦਿੱਤੀਆਂ, ਸਾਨੂੰ ਸ਼ਸਤਰ ਵੀ ਦਿੱਤੇ ਤੇ ਸਾਨੂੰ ਸ਼ਾਸਤਰ ਵੀ ਦਿੱਤੇ। ਬਾਣੀ ਪਹਿਲੋਂ ਹੈ, ਸ਼ਸਤਰ ਬਾਅਦ ਵਿੱਚ ਨੇ। ਪਹਿਲੋਂ ਸਬਰ ਹੈ, ਸਿਪਾਹੀ ਰੂਪ, ਪਹਿਲੋਂ ਸੰਤ ਰੂਪ ਹੈ, ਸਿਪਾਹੀ ਰੂਪ ਬਾਅਦ ਵਿੱਚ ਹੈ। ਇਸ ਲਈ ਆਪ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਬਹੁਤ ਚਾਅ ਹੁੰਦਾ ਹੈ, ਬੜੀ ਖੁਸ਼ੀ ਹੁੰਦੀ ਹੈ ਮਨ ਅੰਦਰ ਜਦੋਂ ਆਪਣੇ ਬੱਚਿਆਂ ਦੇ ਹੱਥ ਵਿੱਚ ਅਸੀਂ ਸ਼ਸਤਰ ਫੜੇ ਵੇਖ ਕੇ ਤੇ ਉਹਨਾਂ ਨੂੰ ਗਤਕਾ ਖੇਡਦੇ ਵੇਖਦੇ ਨਾ, ਮਨ ਅੰਦਰ ਚਾਅ ਉਪਜਦਾ ਵੀ ਸਾਡਾ ਬੱਚਾ ਕਿੱਡਾ ਸੋਹਣਾ ਸ਼ਸਤਰਬਾਜੀ ਜਾਂ ਸ਼ਸਤਰਾਂ ਦੇ ਵਿੱਚ ਨਿਪੁੰਨਤਾ ਹਾਸਲ ਕਰ ਲਿਆ, ਬਹੁਤ ਸੋਹਣਾ ਗਤਕਾ ਸਾਡਾ ਬੱਚਾ ਖੇਡ ਰਿਹਾ। ਮੁਬਾਰਕਬਾਦ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗਤਕੇ ਨਾਲ ਜੋੜਿਆ, ਕਿਉਂਕਿ ਇਹ ਵੀ ਸਾਡਾ ਵਿਰਸਾ, ਸਾਡੀ ਵਿਰਾਸਤ ਹੈ। ਇਹਦੇ ਤੋਂ ਵੀ ਅਸੀਂ ਦੂਰ ਨਹੀਂ ਹੋਣਾ, ਇਹਦੀ ਵੀ ਸਮੇਂ ਅਨੁਸਾਰ ਲੋੜ ਹੈ, ਜ਼ਰੂਰਤ ਹੈ। ਪਰ ਇੱਕ ਬੇਨਤੀ ਹੈ, ਜਿੱਥੇ ਆਪਣੇ ਬੱਚੇ ਦੇ ਹੱਥ ਵਿੱਚ ਅਸੀਂ ਕਿਰਪਾਨ ਵੇਖ ਕੇ ਉਹਨੂੰ ਕਿਰਪਾਨ ਨਾਲ ਖੇਡਦਿਆਂ ਹੋਇਆਂ, ਉਹਦੇ ਹੱਥ ਵਿੱਚ ਸੋਟੀ ਵੇਖ ਕੇ ਉਹਨੂੰ ਸੋਟੀ ਨਾਲ ਖੇਡਦਿਆਂ ਹੋਇਆਂ ਖੁਸ਼ ਹੁੰਨੇ ਆ ਨਾ, ਉੱਥੇ ਆਪਣੇ ਬੱਚੇ ਨੂੰ ਕਿਤੇ ਇਸ ਪ੍ਰੇਰਨਾ ਤੋਂ ਦੂਰ ਨਾ ਕਰ ਦਈਏ ਵੀ ਬੱਚਿਆ ਤੇਰੇ ਹੱਥ ਵਿੱਚ ਕਲਮ ਹੋਵੇਗੀ, ਮੈਨੂੰ ਬੜੀ ਖੁਸ਼ੀ ਹੋਏਗੀ। ਕਿਤੇ ਆਪਣੇ ਹੱਥ ਵਿੱਚੋਂ ਪੈਨ ਛੱਡ ਕੇ, ਆਪਣੇ ਹੱਥ ਵਿੱਚੋਂ ਕਲਮ ਛੱਡ ਕੇ ਨਾ ਬਹਿ ਜਾਈਂ। ਤੇਰੇ ਮੋਢੇ ਉੱਤੇ ਟੰਗਿਆ ਕਿਤਾਬਾਂ ਦਾ ਬੈਗ, ਤੇਰੇ ਮੋਢੇ ਉੱਤੇ ਟੰਗੀਆਂ ਹੋਈਆਂ ਕਾਪੀਆਂ ਮੈਨੂੰ ਚੰਗੀਆਂ ਲੱਗਦੀਆਂ, ਮੈਨੂੰ ਸ਼ੋਭਦੀਆਂ ਨੇ। ਮੈਂ ਚਾਹੁੰਦਾ ਪੁੱਤਰਾ ਜਿੱਥੇ ਤੂੰ ਸ਼ਸਤਰ ਵਿਦਿਆ 'ਚ ਨਿਪੁੰਨ ਹੋਵੇਂ, ਉੱਥੇ ਮੈਂ ਚਾਹੁੰਦਾ ਮੇਰੇ ਮਨ ਦੀ ਇੱਛਾ ਤੇਰੇ ਕੋਲ ਸ਼ਾਸਤਰ ਗਿਆਨ ਵੀ ਹੋਵੇ। ਮਤਲਬ ਤੇਰੇ ਕੋਲ ਦੁਨਿਆਵੀ ਵਿਦਿਆ ਵੀ ਹੋਵੇ, ਤੇਰੇ ਕੋਲ ਬਾਣੀ ਦਾ ਗਿਆਨ ਵੀ ਹੋਵੇ, ਤੇਰੇ ਕੋਲ ਕੱਲਾ ਸ਼ਸਤਰਾਂ ਦਾ ਗਿਆਨ ਨਾ ਹੋਵੇ। ਜਿੱਥੇ ਹਥਿਆਰਾਂ ਦਾ ਗਿਆਨ ਤੇਰੇ ਕੋਲ ਹੈ, ਉੱਥੇ ਤੇਰੇ ਕੋਲ ਕਿਤਾਬੀ ਗਿਆਨ, ਉੱਥੇ ਤੇਰੇ ਕੋਲ ਦੁਨਿਆਵੀ ਵਿਦਿਆ, ਉੱਥੇ ਤੇਰੇ ਕੋਲ ਦੁਨਿਆਵੀ ਤੌਰ ਦੇ ਉੱਤੇ ਡਿਗਰੀਜ਼ ਵੀ ਹੋਣ, ਤਾਂ ਜੋ ਕੱਲ ਨੂੰ ਜਿੱਥੇ ਕਿਤਾਬਾਂ ਦੀ ਲੋੜ ਪਵੇ ਉੱਥੇ ਤੂੰ ਆਪਣਾ ਧੌਣ ਨੀਵੀਂ ਕਰਕੇ ਨਾ ਆਵੇਂ, ਉੱਥੇ ਵੀ ਫਕਰ ਨਾਲ ਉੱਚਾ
ਧੌਣ ਚੁੱਕ ਕੇ ਆਖ ਸਕੇ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ ਤੇ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਸ਼ਾਸਤਰ ਵਿਦਿਆ ਵੀ ਦਿੱਤੀ ਹੈ। ਮਤਲਬ ਦੋਵੇਂ ਚੀਜ਼ਾਂ ਦੇ ਕੇ ਮੈਨੂੰ ਮਾਲਕ ਨੇ ਨਿਵਾਜਿਆ। ਮੈਨੂੰ ਸਾਹਿਬ ਨੇ ਕਿਤਾਬੀ ਗਿਆਨ, ਵੇਖੋ ਨਾ, ਆਪਾਂ ਕਿਸੇ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਜਦੋਂ ਮਾਲਕ ਪਾਤਸ਼ਾਹ ਜੀ ਦੀ ਪਰਵਰਿਸ਼ ਦੀ ਬਾਤ ਆਉਂਦੀ, ਪਹਿਲੋਂ ਸਤਿਗੁਰੂ ਜੀ ਨੂੰ ਬਾਣੀ ਦੀ ਪਰਵਰਿਸ਼ ਦਿੱਤੀ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੀ ਪਰਵਰਿਸ਼ ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠ ਹੁੰਦੀ ਹੈ। ਬਾਬਾ ਬੁੱਢਾ ਜੀ ਪਹਿਲੋਂ ਬਾਣੀ ਦਾ ਗਿਆਨ ਦਿੰਦੇ, ਪਹਿਲੋਂ ਸੰਸਾਰਿਕ ਵਿਦਿਆ ਦਿੰਦੇ, ਉਦੋਂ ਬਾਅਦ ਵਿੱਚ ਬਾਬਾ ਬੁੱਢਾ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਦਾ ਗਿਆਨ ਦਿੰਦੇ। ਇਸ ਲਈ ਜ਼ਰੂਰੀ ਹੈ ਜਿੱਥੇ ਸ਼ਸਤਰਾਂ ਦਾ ਗਿਆਨ ਦੇਣਾ, ਉੱਥੇ ਅਸੀਂ ਉਹਨਾਂ ਨੂੰ ਦੁਨਿਆਵੀ ਵਿਦਿਆ, ਉੱਥੇ ਗੁਰਬਾਣੀ ਦਾ ਗਿਆਨ, ਇਹਨਾਂ ਚੀਜ਼ਾਂ ਤੋਂ ਕਿਤੇ ਆਪਣੀ ਔਲਾਦ, ਆਪਣੇ ਬੱਚਿਆਂ ਨੂੰ ਅਸੀਂ ਦੂਰ ਨਾ ਕਰ ਲਈਏ। ਕਿਉਂਕਿ ਜੇ ਗਿਆਨ ਤੋਂ ਸਖਣੇ ਹੋ ਗਏ, ਫਿਰ ਇਕੱਲੇ ਹਥਿਆਰਾਂ ਦੇ ਨਾਲ ਹਰ ਚੀਜ਼ ਸਮੇਂ ਦੀ ਮੰਗ ਅਨੁਸਾਰ, ਸਮੇਂ ਅਨੁਸਾਰ ਜ਼ਰੂਰੀ ਹੈ। ਜਿੱਥੇ ਹਥਿਆਰਾਂ ਦੀ ਲੋੜ ਪਵੇ ਉੱਥੇ ਹਥਿਆਰ ਵਰਤੀਏ, ਪਰ ਜਿੱਥੇ ਕਲਮਾਂ ਤੇ ਪੈਨਾਂ ਦੀ ਲੋੜ ਪਵੇ ਉੱਥੇ ਸਾਡੇ ਹੱਥਾਂ ਵਿੱਚ ਹਥਿਆਰ ਚੰਗੇ ਨਹੀਂ ਲੱਗਣੇ। ਉੱਥੇ ਫਿਰ ਸਾਨੂੰ ਕਲਮ ਔਰ ਪੈਨ ਹੀ ਚਾਹੀਦਾ, ਉੱਥੇ ਫਿਰ ਸਾਡੇ ਕੋਲ ਕਿਤਾਬਾਂ ਤੇ ਗਿਆਨ ਹੀ ਚਾਹੀਦਾ। ਉੱਥੇ ਅਸੀਂ ਤਾਂ ਬੈਠਣ ਦੇ ਕਾਬਲ ਬਣਾਂਗੇ ਜੇ ਸਾਡੇ ਕੋਲ ਗਿਆਨ, ਸਾਡੇ ਕੋਲ ਕਿਤਾਬੀ ਗਿਆਨ ਹੋਵੇਗਾ, ਦੁਨਿਆਵੀ ਤੌਰ ਦੇ ਉੱਤੇ ਅਹੁਦੇ ਸਾਡੇ ਕੋਲ ਹੋਣਗੇ, ਫਿਰ ਹੀ ਅਸੀਂ ਅਹੁਦੇਦਾਰਾਂ ਦੇ ਵਿੱਚ ਬੈਠਣ ਦੇ ਕਾਬਲ ਬਣਾਂਗੇ। ਖੈਰ, ਮਾਲਕ ਪਾਤਸ਼ਾਹ ਜੀ ਨੇ ਜੋ ਅੱਜ ਬਖਸ਼ਿਸ਼ ਕੀਤਾ, ਕਹਿੰਦੇ ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਭਾਏ, ਤਟ ਤੀਰਥ ਦਿਸੰਤਰ ਭਵੈ, ਅਹੰਕਾਰੀ ਹੋਰ ਵਧੇਰੇ, ਹਉਮੈ ਮੈਲ ਲਾਵਣਿਆ। ਹੰਕਾਰ ਵਿੱਚ ਭਰਿਆ ਹੋਇਆ ਜੀਵ ਹਉਮੈ ਦੀ ਮੈਲ ਆਪਣੀ ਜ਼ਿੰਦਗੀ ਵਿੱਚ ਹੋਰ ਖੱਟ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਜਿੱਥੇ ਮਾਲਕ ਜੀ ਨੇ ਸਾਨੂੰ ਬਾਣੀ ਦਾ ਗਿਆਨ ਦੇ ਕੇ ਨਿਵਾਜਿਆ, ਅਕਾਲ ਬੁੰਗਾ ਰੂਪ ਇਮਾਰਤ ਦੇ ਕੇ ਨਿਵਾਜਿਆ, ਸਿਧਾਂਤ ਦੇ ਕੇ ਨਿਵਾਜੇ। ਸਤਿਗੁਰੂ ਰਹਿਮਤ ਕਰਨ, ਕਿਤੇ ਇਹਨਾਂ ਸਿਧਾਂਤਾਂ ਦੇ ਉੱਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਸਾਹਿਬ ਦੇ ਪਾਏ ਪੂਰਨਿਆਂ ਦੇ ਉੱਤੇ ਚੱਲਣ ਦੀ ਜਾਚ ਆ ਜਾਏ, ਤਾਂ ਜੋ ਮਾਲਕ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਅਸੀਂ ਵੀ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ ਤੇ ਗੁਰੂ ਪਾਤਸ਼ਾਹ ਅੱਗੇ ਨਿਤਾ ਪ੍ਰਤੀ ਅਰਜ਼ੋਈ ਤੇ ਅਰਦਾਸ ਕਰਦੇ ਰਿਹਾ ਕਰੀਏ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ
ਸਭਨਾਂ ਦੇ ਸਿਰਾਂ ਉੱਤੇ ਮਾਲਕ ਪਾਤਸ਼ਾਹ ਜੀ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਇਹ ਮਨ ਮੈਲਾ ਇਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਪਾਏ। ਤਟ ਤੀਰਥ ਦਸੰਤਰ ਭਵੈ ਅਹੰਕਾਰੀ, ਹੋਰ ਵਧੇਰੈ ਹਉਮੈ ਮਲ ਲਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।